श्रोण की कूल घारी बिराजै, लखे अष्ट नंद आन को द्रप भाजै। ਤਾਂ ਸੌਣ ਕੀ ਕੂਲ घारी ਘਾਰੀ ਬਰਾਜੈ। ਘਾਰੀ ਹੁੰਦੀ ਗਹਿਰੀ ਹੋਈ ਡੂੰਘੀ, ਜਿੱਥੇ ਘਰ ਪੈ ਜਾਂਦੀ ਹੈ ਨਾ, ਕੋਈ ਚਲਦੀ ਹੁੰਦੀ ਹੈ, ਪਾਣੀ ਚੱਲਦਾ, ਖੱਡ ਨੀਵਾਂ ਥਾਂ ਹੋ ਜਾਂਦਾ। ਉਹ ਜਿਹੜੇ ਉੱਚੇ ਨੀਵੇਂ ਥਾਂ ਨੇ, ਨੀ ਪਹਾੜੀ ਇਲਾਕੇ ਨਾਲ ਹੁੰਦੀ ਹੈ, ਪਹਾੜਾਂ 'ਚ ਖੱਡਾਂ ਮੇਵੇਂ ਬਣਦੀਆਂ ਨੇ, ਖਾਰ ਪੈ ਪੈ। ਕਹਿਣ ਦਾ ਮਤਲਬ ਇਹ ਹੈ, ਉੱਥੇ ਖੂਨ ਦੀ ਇੱਕ ਗਹਿਰੀ ਕੂਲ ਤਾਂ ਬਹੁਤੀ ਬੜੀ ਨਹੀਂ ਹੁੰਦੀ, ਦਰਿਆ ਨਹੀਂ ਹੈਗਾ, ਪਾਣੀ ਥੋੜਾ ਹੀ ਚੱਲਦਾ ਉਹਦੇ ਵਿੱਚ, ਪਰ ਉਹਨੇ ਇੱਕ ਖਾਰ ਪਾ ਲਈ, ਮਨਾਂ ਦੇ ਵਿੱਚ ਗਹਿਰਾ ਅਸਰ ਕਰ ਲਿਆ ਵੀ ਹਾਂ ਲੋਭ ਹੁੰਦਾ ਹੈ। ਲੋਭ ਤੇ ਸਾਰੇ ਸਹਿਮਤ ਨੇ, ਲੋਭ ਤੇ ਕੋਈ ਕਿਸੇ ਨੂੰ ਸ਼ੰਕਾ ਨਹੀਂ ਰਹੀ। ਇਹਦਾ ਮਨ ਦੀ ਗਹਿਰਾਈ ਤਾਂ ਇਹ ਗੱਲ ਸਾਰਿਆਂ ਨੇ ਮੰਨ ਲਈ ਵੀ ਲੋਭ ਜਿਹੜਾ ਹੈ ਧਰਮ 'ਚ ਬਰਦਾਸ਼ਤ ਨਹੀਂ ਅੜਕਾ। ਇਸ ਕਰਕੇ ਲੋਭੀ ਮਤਲਬ ਧਾਰਮਿਕ ਬੰਦਾ ਹੁੰਦਾ ਹੀ ਨਹੀਂ, ਧਰਮ ਤੋਂ ਉਲਟੇ ਪਾਸੇ ਨੂੰ ਲੈ ਕੇ ਜਾਂਦਾ ਲੋਭ। ਧਰਮ ਦੇ ਰਾਹ ਦਾ ਅੜਿੱਕਾ ਹੀ ਲੋਭ ਹੈ। ਧਰਮ ਦੇ ਰਾਹ ਦਾ ਜਿਹੜਾ ਅੜਿੱਕਾ ਹੈ ਉਹ ਲੋਭ ਹੈ। ਇਸ ਕਰਕੇ ਲੋਭੀ ਕਾ ਵਸਾ ਨਾ ਕੀਜੇ ਦਾ ਮਤਲਬ ਇਹੀ ਹੈ, ਉਹਨੇ ਲੋਭ ਦਾ ਜਿਹੜਾ ਹੈਗਾ ਬੰਨ ਤੋੜਨਾ ਨਹੀਂ, ਨਦੀ ਉਹ ਚੱਲਣੀ ਨਹੀਂ ਉਹਦੀ, ਉਹਦਾ ਲੋਭ ਰੁਕਿਆ ਰਹਿ ਜਾਣਾ, ਉਹਨੇ ਆਪਣਾ ਬੰਨ ਲਾ ਲੈਣਾ। ਜੇ ਨੀਵੇਂ ਤੋਂ ਡਿੱਪਿਆ ਪਾਣੀ, ਜਿਹੜਾ ਦਰਿਆ 'ਚ ਡਿੱਪਿਆ, ਉਹ ਤਾਂ ਗਾਂ ਚਲੇ ਹੀ ਜਾਣਾ। ਜੇ ਆਪਾਂ ਉੱਪਰ ਰੋਕ ਲਈਏ ਪਾਣੀ ਨੂੰ, ਦਰਿਆ 'ਚ ਨਾ ਪਹੁੰਚਣ ਦਈਏ, ਉਹ ਰਹਿ ਜੂਗਾ ਖੇਤ 'ਚ। ਜਿਹੜਾ ਟੁੱਟ ਕੇ ਚਲਾ ਗਿਆ ਉਹ ਤਾਂ ਫਿਰ ਨੀਵੇਂ ਤੋਂ ਜਾਊਗਾ। ਇਹ ਬੰਨ ਲਾ ਕੇ ਰੱਖਦੇ ਨੇ ਲੋਕ, ਲੋਭੀ ਨੇ ਆਪਣਾ ਬੰਨ ਲਾਇਆ ਹੋਇਆ। ਲੋਭ ਨਹੀਂ ਤਿਆਗਣਾ, ਲੋਭ ਨਹੀਂ ਤਿਆਗਣਾ, ਸੰਗਤ ਦੇ ਵਿੱਚ ਰਲ ਨਹੀਂ ਸਕਦਾ। ਫਿਰ ਉਹ ਸੰਗਤ 'ਚ ਉਹ ਕਿਵੇਂ ਰਲੂਗਾ ਜਾ ਕੇ? ਉਹ ਤਾਂ ਅੱਡ ਬੰਨ ਲਾਇਆ ਹੈ। ਜਦੋਂ ਤਨ ਮਨ ਤਨ ਸਭ ਸੌਂਪ ਕੋ ਰੁਕਾ, ਲੋਭ ਦਾ ਬੰਨੇ ਤੋੜਿਆ, ਉਹ ਲੋਭ ਦਾ ਬੰਨੇ ਤੋੜਿਆ, ਆਪਣਾ ਵੱਖਰਾ ਜੋ ਹੈ ਉਹ ਤੋੜਦਾ, ਦਰਿਆ 'ਚ ਰਲ ਗਿਆ ਜਾ ਕੇ। ਪਾਣੀ ਦਰਿਆ 'ਚ ਰਲ ਗਿਆ, ਗੁਰ ਦਰਿਆ ਹੁੰਦਾ। ਹਾਂਜੀ, ਲਖੈ ਅਸ਼ਟ ਨੰਦਿਆਨ ਕੋ ਦਰਪ ਭਾਜੈ। ਜਿੰਨੀਆਂ ਵੀ ਮੱਤਾਂ ਨੇ, 8 ਮੱਤਾਂ ਮੰਨੀਆਂ ਨੇ ਇਹਨਾਂ ਨੇ, ਹਿੰਦੂਆਂ ਨੇ। ਅਸ਼ਟ ਨੰਦਿਆਨ ਕੋ ਦਰਪ ਭਾਜੈ, 8 ਨਦੀਆਂ ਮੰਨੀਆਂ ਨੇ ਆਕਾਸ਼ ਦੀਆਂ। 8ਵੀਂ ਦਾ ਅਸਲ 'ਚ ਗੁਰਮਤਿ ਹੀ ਹੈ, ਅਸ਼ਟਭੁਜੀ ਦੁਰਗਾ ਹੀ ਹੈ, ਚੱਡੀ ਉਹ ਹੈ। ਪਰ ਇਹਨਾਂ ਨੇ ਤਾਂ ਗੁਰਮਤਿ ਵੀ ਡੁਪਲੀਕੇਟ ਬਣਾਈ ਹੋਈ ਹੁੰਦੀ ਹੈ। ਜਿਵੇਂ ਹੁਣ ਇਹ ਚੱਡੀ ਸ਼ੇਰ ਤੇ ਸਵਾਰੀ ਹੈ, ਪੂਜਾ ਤਾਂ ਕਰਦੇ ਨੇ ਹਿੰਦੂ, ਪਰ ਵਿਆਖਿਆ ਤਾਂ ਗੁਰਮਤਿ ਦੀ ਠੀਕ ਨਹੀਂ ਕਰਦੇ। ਇਸ ਕਰਕੇ ਇਹਨਾਂ ਨੇ 8 ਮੰਨੀਆਂ ਹੋਈਆਂ ਨੇ, 7 ਨਹੀਂ ਕੀਤੀਆਂ। 8 ਲਿਖੀਆਂ, 8 ਰੱਖੀਆਂ ਨੇ। ਅਸ਼ਟਭੁਜੀ, ਅਸ਼ਟਭੁਜੀ ਦਾ ਮਤਲਬ ਉਹਦੀ 8 ਬਾਹਾਂ ਨੇ। ਅਸ਼ਟਮੀ ਵਾਲੇ ਦਿਨ ਪੂਜਾ ਕਰਦੇ ਨੇ ਦੇਵੀ। ਅਸ਼ਟਮੀ ਜਾਂਦੇ ਇੱਥੇ ਨਾਨਕ ਦੇਵੀ ਦੀ ਅਸ਼ਟਮੀ ਨੂੰ ਵੱਡੀ ਗੱਲ ਮੰਨਦੇ ਨੇ। ਅਸ਼ਟਮੀ ਵਾਲੇ ਦਿਨ ਵੱਡੀ ਗੱਲ ਮੰਨਦੇ ਨੇ। ਅੱਜ ਅਸ਼ਟਮੀ, ਨਾਨਕ ਦੇਵੀ ਦਾ ਮਤਲਬ ਵੀ ਇਹੀ ਹੈ, ਜਿਹੜੀ ਅੱਖ ਦਿੰਦੀ ਹੈ, ਅੱਖ ਖੋਲਦੀ ਹੈ। ਨੈਣ ਦਿੰਦੀ ਹੈ, ਜਿਹੜੀ ਅੰਦਰਲੀ ਅੱਖ ਖੋਲਦੀ ਹੈ, ਸੂਤਕ ਲਾਉਂਦੀ ਹੈ ਅੰਦਰਲੀ ਅੱਖ ਦਾ। ਨੈਣ ਹੁੰਦਾ ਹੀ ਅੰਦਰਲੀ ਅੱਖ, ਅੰਦਰਲੀ ਅੱਖ ਖੋਲਦੀ ਹੈ, ਨਿਰਾਕਾਰੀ ਅੱਖ। ਉਹ ਉੱਥੇ ਥੋੜੀ ਦਰਸ਼ਨ ਹੋਣਾ, ਅੰਦਰਲੀ ਅੱਖ ਜੇ ਖੁੱਲ ਗਈ ਦਰਸ਼ਨ ਤਾਂ ਅੰਦਰੋਂ ਹੋਣਾ। ਨਾ ਠੀਕ ਹੈ ਸਭ ਕੁਛ, ਮੌਕੇ ਤੇ ਪ੍ਰਚਾਰ ਪਖੰਡਵਾਦ ਦਾ। ਹਾਂ, ਔਰਤ ਬਣਾਈ ਹੋਈ ਹੈ। ਨੰਦਿਆਨ ਕੋ ਦਰਪ ਭਾਜੈ। ਹਾਂ, ਜਿਹੜੇ 8 ਪ੍ਰਕਾਰ ਦੇ ਆਏ, 8 ਪ੍ਰਕਾਰ ਦੀ ਚਰਚਾ ਕਰਨ ਆਏ ਹੋਏ ਨੇ, ਉਹ ਦੇਵਤੇ ਵੀ ਤਾਂ ਅਸਲ 'ਚ ਮੰਨਦੇ ਤਾਂ ਉਸੇ ਦੇਵੀ ਨੂੰ ਨੇ। ਗਿਆਨ ਕੋਲ ਹੈ ਜੀ, ਜਿਹੜੇ ਦੇਵਤੇ ਬੈਠੇ ਨੇ ਮੰਨਦੇ ਤਾਂ ਇਹ ਦੇਵੀ ਨੂੰ ਨੇ। ਉਹ ਸੱਤਾ ਨੂੰ ਸਾਰੀਆਂ ਨੂੰ ਮੰਨੀ ਜਾਂਦੇ ਨੇ, ਉਹ ਤਾਂ ਸਾਰਿਆਂ ਨੂੰ ਮੰਨੀ ਜਾਂਦੇ ਨੇ। ਜੇ ਸਾਰਿਆਂ ਨੂੰ ਜਿਹੜਾ ਮੰਨੂਗਾ ਉਹਦਾ ਘਰ ਸਿਆਪਾ ਰਹਿਣਾ ਹੀ ਹੈ। ਸੱਤੀ ਰੰਨੀ ਘਰੇ ਸਿਆਪਾ, ਉਹਦਾ ਘਰ ਸਿਆਪਾ ਰਹਿਣਾ ਹੀ ਹੈ। ਇਹ ਉਹੀ ਨੇ ਵੱਖਰੀਆਂ ਵੱਖਰੀਆਂ ਮੱਤਾਂ ਨੂੰ ਮੰਨਣ ਵਾਲੇ ਇਕੱਠੇ ਹੋਏ ਜਿਹੜੇ ਨੇ। ਕੋਈ ਕਿਸੇ ਨੂੰ ਜ਼ਿਆਦਾ ਮੰਨਦਾ, ਕੋਈ ਕਿਸੇ ਨੂੰ, ਕੋਈ ਕਿਸੇ ਨੂੰ, ਕੋਈ ਕਿਸੇ ਨੂੰ। ਉਹਦਾ ਕੋਈ ਕ੍ਰਿਸ਼ਨ ਹੋ ਗਿਆ, ਉਹਦਾ ਬਾਦੀ ਕਿਸੇ ਦਾ ਰਾਮ ਹੋ ਗਿਆ, ਕਿਸੇ ਦਾ ਸ਼ਿਵ ਹੋ ਗਿਆ, ਕਿਸੇ ਦਾ ਐਂ ਬਣਾਏ ਹੋਏ ਨੇ ਉਹਨਾਂ ਦੇ। ਹਾਂ, ਲਖੇ ਅਸ਼ਟ ਨੰਦਿਆਨ ਕੋ ਦਰਪ ਭਾਜੈ। 8 ਨਦੀਆਂ ਨੇ ਜਿਹੜੀਆਂ
ਉਹਨਾਂ ਦਾ ਜਿਹੜਾ ਕਮਾਂਡ ਟੁੱਟ ਰਿਹਾ, 8 ਮੱਤਾਂ ਦਾ ਕਮਾਂਡ ਨਹੀਂ ਟੁੱਟ ਰਿਹਾ ਹੁਣ ਮਹਾਕਾਲ ਦੇ ਮਹਾਕਾਲ ਦੇ। ਇਹ 8 ਜਿਹੜੀਆਂ ਨਦੀਆਂ ਨੇ, ਵੱਡਾ ਦਰਿਆ ਆ ਗਿਆ ਨਾ, ਦਰਿਆ ਆ ਗਿਆ, ਉਹ ਛੋਟੀਆਂ ਛੋਟੀਆਂ ਨਦੀਆਂ ਕੀ ਕਰਨਗੀਆਂ, ਉੱਥੇ ਦਰਿਆ ਸਾਰੀਆਂ ਸਮਾ ਜਾਂਦੀਆਂ ਨੇ। ਹਾਂ, ਤਹਾਂ ਬ੍ਰਿੰਦ ਬਾਜੀ ਬਹੇ ਨੇਕ ਜੈਸੇ, ਉੱਥੇ ਬੇਅੰਤ ਹੀ ਬ੍ਰਿੰਦ ਬਾਜੀ, ਬਾਜੀ ਕੋਲਦੇ ਨੇ ਘੋੜੇ, ਜਿਹਨੇ ਵਿਦਵਾਨ ਨੇ ਸਾਰੀਆਂ ਮੱਤਾਂ ਦੇ ਅੱਡ ਅੱਡ ਵਿਦਵਾਨ ਹੁੰਦੇ ਨੇ ਉਹਨਾਂ 'ਚ, ਬਹੇ ਨੇਕ ਜੈਸੇ, ਬਾਅਦ ਸਾਰੇ ਵਿੱਚ ਰੁੜ ਗਏ, ਬਹੇ ਬਹਿ ਗਏ, ਹਾਂ ਬਹਿ ਗਏ, ਰੁੜ ਗਏ, ਰੁੜੇ ਜਾਣਾ ਸੀ ਉਹਨਾਂ ਨੇ, ਹੋਰ ਕੀ ਕਰਨਾ ਸੀ। ਜਦੋਂ ਜ਼ਿਆਦਾ ਪਾਣੀ ਆਇਆ ਪੈਰ ਲੱਗੇ ਨਹੀਂ, ਰੁੜ ਗਏ। ਬਹੇ ਨੇਕ ਜੈਸੇ, ਹਾਂ ਮਤਲਬ ਹੈ ਜਿਹੜਾ ਨੇਕੀ ਵਾਲਾ ਸੀ ਜਿਹੜਾ ਅੰਦਰ, ਉਹ ਬਹਿ ਗਿਆ। ਜਿਹੜਾ ਮਨਮੁਖ ਸੀ ਉਹ ਪੱਥਰ ਬਣ ਕੇ ਪੱਥਰ ਜਿਹੜਾ ਹੁੰਦਾ ਨਾ, ਪੱਥਰ ਦਰਿਆ 'ਚ ਪਾਣੀ ਲੰਘੀ ਜਾਂਦਾ, ਪੱਥਰ ਨਹੀਂ ਬਹਿੰਦਾ ਹੁੰਦਾ। ਜਿਹੜਾ ਪੱਥਰ ਹੋਵੇ, ਪੱਥਰ ਥੋੜੀ ਜਿੰਨਾ ਮਰਜੀ ਪਾਣੀ ਆਈ ਜਾਵੇ, ਪੱਥਰ ਤਾਂ ਪਿਆ ਹੀ ਰਹਿੰਦਾ। ਜਿਹੜੇ ਨੇਕ ਆਦਮੀ ਸੀ, ਨੇਕ ਦਿਲ ਸੀ, ਉਹ ਤਾਂ ਬਹਿ ਗਏ ਨਾਲ, ਦਰਿਆ ਦੇ ਨਾਲ ਹੀ ਚੱਲ ਪਏ, ਉਹ ਪਾਣੀ ਦੇ ਨਾਲ ਹੀ ਚੱਲ ਪਏ ਗਾਹਾਂ, ਉਹ ਤਾਂ ਗਤੀ ਫੜ ਗਏ। ਪੱਥਰ ਉੱਥੇ ਉਹਨਾਂ ਦੇ ਪੱਥਰ ਉੱਥੇ ਡੁੱਬੇ, ਪੱਥਰ ਸੀ ਉੱਥੇ ਥਾਂ ਦੇ ਥਾਂ ਰਹਿ ਗਏ, ਪਾਣੀ ਉੱਤੇ ਦੀ ਲੰਘੀ ਜਾਂਦਾ, ਪਾਣੀ ਮੁੜ ਕੇ ਟਕਰਾ ਕੇ ਲੰਘਦਾ, ਪਰ ਪੱਥਰ ਨੂੰ ਕੋਈ ਫਰਕ ਨਹੀਂ ਹੈ। ਦੱਸਦਾ ਵੀ ਇਹ ਪੱਥਰ ਹੈ, ਲੋਕਾਂ ਨੂੰ ਪਤਾ ਲੱਗਦਾ ਮਨਮੁੱਖਾ ਹੈ, ਕਿ ਜਿਹੜਾ ਨਾਲ ਨਹੀਂ ਜਾਂਦਾ, ਪੱਥਰ ਅੜਿੱਕਾ ਬਣਿਆ ਹੈ ਰਾਹ ਦਾ, ਉਹ ਰੋੜਾ ਵਾੜਦਾ ਪੱਥਰ। ਜਿਹੜੇ ਪੱਥਰ ਨੇ ਨਾ ਪਏ ਵਿਚਾਰਧਾਰਾ 'ਚ, ਉਹ ਦੀਨੇ ਵੀ ਨੇ, ਪਾਣੀ ਨੂੰ ਰੋਕਦੇ ਨੇ, ਪਰ ਪਾਣੀ ਰੁਕਦਾ, ਉੱਤੇ ਦੀ ਰੁਕ ਜਾਂਦਾ ਉਹਨਾਂ ਦੇ। ਇਹੀ ਰੋੜੇ ਨੇ ਵਾੜਦੇ ਇਹ ਪੱਥਰੇ। ਹਾਂ, ਲਸੇ ਮਤ ਦੰਤੀ ਮਹਾ ਸੈਲ ਕੈਸੇ, ਲਖਾ ਮਤ ਦੰਤੀ, ਆ ਜਿਹੜੇ ਸ਼ਿਵ ਜੀ ਦੀ ਮੱਤ ਵਾਲੇ ਨੇ, ਲਸੇ ਹੰਕਾਰੀ, ਲਸੇ ਮਤ ਦੰਤੀ ਮਹਾ ਸੈਲ ਕੈਸੇ, ਮਹਾਸੈਲ ਕੈਸੇ, ਜਿਹੜੇ ਮਤ ਦੰਤੀ ਨੇ, ਬੜੇ ਬੜੇ ਪੱਥਰ ਨੇ, ਉਹ ਮਹਾ ਸੈਲ ਬੜੇ ਬੜੇ ਪੱਥਰ ਨੇ, ਸੈਲ ਪੱਥਰੇ ਹੁੰਦਾ। ਮਾਇਆ ਰੂਪ, ਮਾਇਆ ਦਾ ਪੱਥਰ ਨੂੰ ਸੈਲ ਕਹਿੰਦੇ ਨੇ। ਸਿਲ ਸਰੀਰ ਕਰਕੇ ਪੱਥਰ, ਜਿਹੜੇ ਸਰੀਰ ਨਾਲ ਜੁੜੇ ਨੇ ਪੱਥਰੇ ਨੇ, ਉਹ ਮਿੱਟੀ ਹੋਈ ਆ। ਸੈਲ ਕੈਸੇ, ਹਾਂ, ਤੁਜਾ ਬ੍ਰਿਛ ਤਾਮੋ ਬਹੇ ਜਾਤ ਐਸੇ, ਕੈਸੇ ਦਾ ਮਤਲਬ ਜਿਵੇਂ, ਕੈਸੇ, ਜਿਵੇਂ ਇਸ ਤਰੀਕੇ ਨਾਲ, ਵਾਂਗੂ ਪੱਥਰਾਂ, ਵੱਡੇ ਵੱਡੇ ਪੱਥਰਾਂ ਵਾਂਗੂ ਨੇ ਹਾਥੀ। ਕੋਈ ਛੋਟੇ ਪੱਥਰ ਨੇ, ਨਦੀ 'ਚ ਵੱਡੇ ਪੱਥਰ ਵੀ ਹੁੰਦੇ, ਛੋਟੇ ਵੀ ਹੁੰਦੇ ਨੇ, ਉਹ ਨਦੀਆਂ 'ਚ ਵੱਡੇ ਪੱਥਰ ਵੀ ਹੁੰਦੇ ਨੇ, ਛੋਟੇ ਵੀ ਹੁੰਦੇ ਨੇ, ਹੁੰਦੇ ਹੀ ਨੇ ਪਏ। ਹਾਂਜੀ, ਤੁਜਾ ਬ੍ਰਿਛ ਤਾਮੋ ਬਹੇ ਜਾਤ ਐਸੇ, ਉਹ ਜਿਹੜੇ ਤੁਜਾ ਨੇ, ਜਿਵੇਂ ਸਾਡੇ ਨਿਸ਼ਾਨ ਹੈ, ਇਹ ਸਾਰਿਆਂ ਦੇ ਧਰਮ ਤੁਜਾ ਹੁੰਦੀ ਹੈ। ਲੱਕੜ ਦੇ ਹੁੰਦੇ ਸੀ ਅੱਗੇ, ਕਈਆਂ ਨੇ ਲੱਕੜ ਦੀਆਂ ਬੱਲੀਆਂ ਵੱਡੀਆਂ ਹੁੰਦੀਆਂ ਨੇ, ਬੜੀਆਂ। ਸਾਡੇ ਵੀ ਹੁਣ 100 ਇੰਨੇ ਫੁੱਟ ਦਾ ਨਿਸ਼ਾਨ ਹੈ, ਲੋਹੇ ਦੇ ਲਾਉਣ ਲੱਗ ਗਏ। ਮੂਰਖਾਂ ਦੀ ਗੱਲ ਹੈ, ਇਹਨਾਂ ਨੂੰ ਕੀ ਪਤਾ ਨਿਸ਼ਾਨ ਹੁੰਦਾ ਕੀ ਹੈ। ਤੁਜਾ ਤਾਂ ਹੱਥ 'ਚ ਲੈ ਕੇ ਤੁਰਦੇ ਨੇ ਸਾਰੇ ਹੀ ਸੰਤ। ਇਹ ਨਾ ਧਾਰਮਿਕ ਰਹੇ, ਨਾ ਇਹ ਇਹਨਾਂ ਨੂੰ ਧਰਮ ਦਾ ਗਿਆਨ। ਗੁਰਦੁਆਰੇ ਨਿਸ਼ਾਨ ਕੱਢਦਾ, ਉਹ ਨਿਸ਼ਾਨ ਕੱਢਣ ਵਾਲੀ ਚੀਜ਼ ਨਹੀਂ। ਧਰਮ ਤੋਂ ਜਾ ਅੱਗੇ ਧਰਮ ਤੋਂ ਜਾ ਅਗਵਾਈ ਕਰਦੀ ਹੁੰਦੀ ਹੈ। ਝੰਡਾ ਅਗਵਾਈ ਕਰਦਾ ਹੁੰਦਾ ਫੌਜਾਂ ਨੂੰ। ਜੇ ਅਗਵਾਈ ਉਹ ਨਹੀਂ ਕਰਦਾ, ਜਿਹੜਾ ਖੜਾ ਉਹ ਤਾਂ ਖੜਾ ਦਾ ਪਾਣੀ ਹੈ। ਫਿਰ ਉਹ ਤੁਹਾਨੂੰ ਕਹਾਂ ਕਿ ਮੈਂ ਤੋਰੂ, ਉਹਦਾ ਤੁਸੀਂ ਕੱਢਤਾ ਥੱਲੇ, ਉਹ ਨਹੀਂ ਰਿਹਾ ਹੈ ਜਿਹੜਾ ਉਹਦਾ ਕੰਮ ਸੀ। ਗਿਆਨ ਚਰਚਾ ਨੂੰ ਨਿਸ਼ਾਨ ਲੈ ਕੇ ਜਾਈਦਾ ਹੁੰਦਾ। ਜਾਂ ਜੰਗ 'ਚ ਨਿਸ਼ਾਨ, ਗੁਰੂ ਨਿਸ਼ਾਨ ਲੈ ਕੇ ਘੋੜਿਆਂ 'ਤੇ ਜਾਂਦੇ ਸੀ। ਉਹਨਾਂ ਨੇ ਤਾਂ ਐਡਾ ਬੜਾ ਬਣਾਇਆ ਨਹੀਂ। ਇਹਨਾਂ ਨੂੰ ਪਤਾ ਹੀ ਨਹੀਂ ਵੀ ਨਿਸ਼ਾਨ ਕੀ ਹੁੰਦੇ ਨੇ। ਕਿ 10 ਮੁਹਰਤ ਪੜ੍ਹਿਆ ਨਹੀਂ, ਪਤਾ ਹੈ ਨਹੀਂ। ਇਹ ਜੋ ਬਣਾਈਆਂ ਚੀਜ਼ਾਂ ਨੇ, ਇੱਥੋਂ ਪਤਾ ਲੱਗਣਾ ਸੀ ਧਰਮ ਕੀ ਹੁੰਦਾ। ਆਦ 'ਚ ਧਰਮ ਨਹੀਂ ਹੈਗਾ। ਆਦ ਦੇ ਵਿੱਚ ਅਮੈਂਡਮੈਂਟਾਂ ਨੇ ਸਿਰਫ ਕਿਸੇ ਧਰਮ ਦੀਆਂ। ਉਹ ਜਿਹੜੇ ਕਰਾਹ ਚਲਾਏ ਹੋਏ ਨੇ ਰਸਤੇ ਪਾੜ ਕੇ, ਉਹ ਰਸਤੇ ਠੀਕ ਕੀਤੇ ਹੋਏ ਨੇ। ਧਰਮ, ਬੇਸਿਕ ਧਰਮ ਕੀ ਹੁੰਦਾ, ਕਿਵੇਂ ਲੜਾਈ ਲੜੀ ਦੀ ਹੈ, ਕਿੰਨੇ ਕੁ ਉਹ ਹੁੰਦਾ, ਉਹ ਤਾਂ ਇਹਦੇ 'ਚ ਹੁਣ ਉੱਥੇ ਕਿੱਥੇ ਆ ਗੱਲਾਂ। ਨਗਰ ਕੀਰਤਨ ਜਿਵੇਂ ਨਾਲ ਲੈ ਕੇ ਤੁਰਦੇ ਨੇ ਅੱਗੇ। ਹਾਂ, ਨਗਰ ਕੀਰਤਨ ਜਿਵੇਂ ਨਿਸ਼ਾਨ ਲੈ ਕੇ ਤੁਰਦੇ ਨੇ, ਐਂ ਤੁਰੀਦਾ।
ਪੰਜ ਨਹੀਂ ਹੁੰਦਾ, ਨਿਸ਼ਾਨ ਇੱਕੋ ਹੀ ਹੁੰਦਾ। ਇਹਨਾਂ ਨੂੰ ਮੂਰਖਾਂ ਨੂੰ ਕੀ ਪਤਾ ਵੀ ਪੰਜ ਕੀ ਹੈ। ਪੰਜ ਪਿਆਰਿਆਂ ਨੂੰ ਫੜਾ ਦੇ, ਉਹ ਨਿਸ਼ਾਨ ਤਾਂ ਇੱਕ ਹੁੰਦਾ ਹੈ। ਜੇ ਤੁਹਾਡੇ ਨਿਸ਼ਾਨ ਪੰਜ ਨੇ, ਵਿਚਾਰਧਾਰਾ ਪੰਜ ਨੇ ਤੁਹਾਡੀਆਂ। ਨਿਸ਼ਾਨ ਹੁੰਦਾ ਇੱਕ, ਨਿਸ਼ਾਨਚੀ ਅੱਡ ਹੁੰਦਾ ਸੀ। ਨਿਸ਼ਾਨਚੀ ਅੱਡ ਹੁੰਦਾ ਸੀ, ਮੂਹਰੇ ਹੁੰਦਾ ਸੀ ਘੋੜੇ ਤੇ। ਨਿਸ਼ਾਨਚੀ ਘੋੜੇ ਤੇ ਮੂਹਰੇ ਜਾਊਗਾ, ਨਗਾਰਚੀ ਔਰ ਨਿਸ਼ਾਨਚੀ। ਨਗਾਰਚੀ ਵੀ ਮੂਹਰੇ ਰਹੂਗਾ, ਨਿਸ਼ਾਨਚੀ ਵੀ ਮੂਹਰੇ ਰਹੂਗਾ, ਅੱਗੇ ਰਹੂਗਾ, ਕਿਉਂਕਿ ਅਗਵਾਈ ਉਹਨੇ ਕਰਨੀ। ਜਿਹੜੇ ਨਿਸ਼ਾਨ ਤੇ ਝੰਡੇ ਹੇਠ ਤੁਸੀਂ ਲੜਨਾ, ਝੰਡਾ ਮੂਹਰੇ ਹੋਊਗਾ। ਰਾਜਾ ਨਹੀਂ ਤਾਂ ਰਾਜੇ ਦਾ ਝੰਡਾ ਉਹਦਾ ਹੁੰਦਾ ਨਾ। ਅੱਗੇ ਰਾਜੇ ਦੇ ਰਥ ਦੇ ਉੱਤੇ ਝੰਡਾ ਹੁੰਦਾ ਸੀ, ਤੇ ਰਾਜੇ ਹੁੰਦੇ ਸੀ ਨਾ। ਜਿਹੜਾ ਰਾਜੇ ਦਾ ਰਥ ਹੈ ਉਹਦੇ ਉੱਤੇ ਝੰਡਾ ਹੁੰਦਾ ਸੀ, ਹੱਥ 'ਚ ਕੋਈ ਨਹੀਂ ਸੀ ਫੜਦਾ। ਹੁਣ ਅਸੀਂ ਗੁਰਦੁਆਰੇ ਦੇ ਜਿਹੜਾ ਨਿਸ਼ਾਨ ਲਾਉਂਦੇ, ਉਹਦਾ ਮਤਲਬ ਇਹੀ ਹੈ। ਉੱਪਰ ਲਾਉਂਦੇ ਆ ਨਾ ਖੰਡਾ, ਉਹਦਾ ਮਤਲਬ ਇਹੀ ਹੈ। ਬਾਕੀ ਸਾਈਡ ਦੇ ਨਿਸ਼ਾਨ ਦੀ ਲੋੜ ਨਹੀਂ ਫਿਰ ਹੈਗੀ। ਜੋ ਉੱਤੇ ਲੱਗਿਆ ਹੋਇਆ ਸਾਈਡ ਤੇ ਲੋੜ ਨਹੀਂ। ਫਿਰ ਇਹ ਨਿਸ਼ਾਨ ਨੇ ਉਹਨਾਂ ਕੋਲ ਫੜੇ ਹੋਏ ਲੱਕੜੀ ਦੇ। ਤੁਜਾ ਬ੍ਰਿਛ ਤਾਮੋ ਬਹੇ ਜਾਤ ਐਸੇ। ਉਹ ਜਿਵੇਂ ਬਿਰਛਾਂ ਜਿਹੜੇ ਉੱਚੇ ਬੜੇ, ਮਤਲਬ ਹੈ ਕੋਈ ਜੜ ਤੋਂ ਹੀ ਵੱਢ ਲਿਆ ਦਰਖਤ, ਜਿਵੇਂ ਹੁੰਦਾ ਨਾ। ਅੱਗੇ ਸਿੱਧੇ ਦਰਖਤ ਜਿਹੜੇ ਹੁੰਦੇ ਸੀ, ਮੋਟਾ ਹੋਇਆ 2 ਇੰਚ, ਉਹਨੂੰ ਵੱਢ ਲੈਂਦੇ ਸੀ। ਵੱਢ ਕੇ ਉਹਨੂੰ ਬਾਂਸ ਵੱਢ ਲਿਆ, ਬਾਂਸ ਦਾ ਬਣਾ ਲਿਆ। ਉਹ ਐਂ ਰੁੜੇ ਜਾਂਦੇ ਨੇ, ਜਿਵੇਂ ਪੱਤਿਆਂ ਦੇ ਬਿਨਾਂ ਦਰਖਤ ਹੁੰਦੇ ਰੁੜਦੇ ਜਾਂਦੇ ਨੇ ਸੁੱਕੇ। ਮਤਲਬ ਹੈ ਇਹਦੀ ਕੀ ਵੈਲਿਊ ਹੈ ਨਿਸ਼ਾਨ ਦਾ, ਜੇ ਤੁਸੀਂ ਗਿਆਨ ਚਰਚਾ ਹੀ ਨਹੀਂ ਕਰਨੀ। ਜਿਹੜਾ ਨਿਸ਼ਾਨ ਹਾਰ ਜਵੇ, ਜਿੰਨੇ ਰਾਜੇ ਹਾਰ ਜਾਣ, ਉਹਨਾਂ ਦੇ ਨਿਸ਼ਾਨ ਨਹੀਂ ਰਹਿੰਦੇ ਹੁੰਦੇ। ਜੇਤੂ ਦਾ ਨਿਸ਼ਾਨ ਰਹਿੰਦਾ। ਖਾਲਿਆਂ ਝੰਡੀ ਇੱਕ ਹੁੰਦੀ ਹੈ ਭਲਵਾਨਾਂ ਦੀ, ਇਵੇਂ ਰਾਜਾਂ ਤੱਕ ਨਿਸ਼ਾਨ ਹੁੰਦਾ। ਇਵੇਂ ਗਿਆਨ ਦਾ ਨਿਸ਼ਾਨ ਇੱਕ ਹੁੰਦਾ। ਉਹ ਜਿਹੜਾ ਅਗਵਾਈ ਕਰੂ, ਇਹਦਾ ਮਤਲਬ ਤੁਸੀਂ ਅਗਵਾਈ ਨਹੀਂ ਰਹਿ ਰਹੇ। ਉਹ ਕਹਿੰਦਾ ਮੇਰਾ ਵੱਡਾ, ਉਹ ਕਹਿੰਦਾ ਮੇਰਾ ਵੱਡਾ, ਉਹ ਕਹਿੰਦਾ ਗਿਆਨ ਚਰਚਾ ਕੋਈ ਵੀ ਨਹੀਂ ਕਰਦਾ। ਕਿਉਂ ਨਹੀਂ ਕਰਦਾ? ਡਰਦੇ ਨੇ ਸਾਰੇ। ਪੋਲ ਖੁੱਲ ਜੂਗੀ, ਪਬਲਿਕ ਨੂੰ ਪਤਾ ਲੱਗ ਜੂ। ਦੇਖੋ ਭਲਵਾਨ ਘੁਲਦੇ ਨੇ, ਪਤਾ ਲੱਗਦਾ ਕਿਹਦੀ ਝੰਡੀ ਹੈ, ਕੌਣ ਹੈ। ਇਹ ਕਦੇ ਨਹੀਂ ਆਉਂਦੇ ਮੈਦਾਨ 'ਚ, ਸਾਰੇ ਝੂਠੇ ਨੇ, ਡਰਦੇ ਨੇ ਵੀ ਜਿਹੜੀ ਇੱਜ਼ਤ ਭੱਲ ਬਣੀ ਹੋਈ ਹੈ ਨਾ, ਮਹਾਂਪੁਰਖਾਂ ਦੀ ਭੱਲ ਨਹੀਂ ਰਹਿਣੀ। ਜਿਹਨ ਪਾਇਆ ਤੇ ਨੇ ਛੁਪਾਇਆ, ਤਾਂ ਹੀ ਕਹਿੰਦੇ ਨੇ ਇਹ ਝੂਠੇ ਸਾਰੇ ਹੀ ਨੇ। ਇੱਕ ਆ ਵੀ ਸੱਚ ਸਿੱਧ ਨਹੀਂ ਹੋਣਾ। ਸਾਈਡ ਦੇ ਬੰਦੇ ਬੈਠੇ ਨੇ, ਸਾਈਡ ਦੇ ਸਿਆਣੇ ਬੈਠੇ ਨੇ, ਉਹਨਾਂ ਦੀ ਤਸੱਲੀ ਕਿਵੇਂ ਕਰਾਉਣਗੇ? ਇਹ ਇਹਨਾਂ ਨੇ ਗਿਆਨ ਚਰਚਾ ਬੰਦ ਕਰਤੀ। ਸਾਰਿਆਂ ਧਰਮਾਂ ਨੇ ਝੂਠੇ ਜੋ ਹੈ ਸਾਰੇ। ਅੱਗੇ ਗਿਆਨ ਚਰਚਾ ਹੁੰਦੀ ਸੀ, ਸ਼ਾਸਤਰਾਰਥ ਵੀ ਹੁੰਦੇ ਸੀ। ਸ਼ਾਸਤਰਾਰਥ ਵਿਦਿਆ ਦੇ ਹੁੰਦੇ ਸੀ। ਉਹ ਵੀ ਮਗਜੌਲੀ ਮਗਜੇ ਮਾਰਦੇ ਸੀਗੇ। ਉਹ ਸਮਝਿਆ ਨਹੀਂ? ਉਹ ਸਾਰੇ ਰੁੜ ਗਏ। ਇਹਦਾ ਮਤਲਬ ਕੀ ਹੈ? ਜੇ ਤੁਹਾਡੇ ਕੋਲ ਗਿਆਨ ਨਹੀਂ, ਤੋ ਜਾਂ ਤੁਸੀਂ ਲਈ ਕਿਹੜੀ ਚੀਜ਼ ਦੀ ਫਿਰਦੇ ਹੋ? ਘੋੜਾ ਛੱਡਤਾ, ਜੇ ਕਹਿੰਦੇ ਘੋੜਾ ਫੜ ਲਿਆ, ਲੜਨਾ ਪਊ ਉਹਦੇ ਨਾਲ। ਨਿਸ਼ਾਨ ਜਿੱਥੇ ਤੁਸੀਂ ਲਈ ਫਿਰਦੇ ਹੋ, ਅਸਲ 'ਚ ਝੰਡੀ ਲਈ ਫਿਰਦੇ ਹੋ ਵੀ ਸਾਡੀ ਝੰਡੀ ਆਓ, ਸਾਡੇ ਨਾਲ ਚਰਚਾ ਕਰੋ। ਜੇ ਕਹਾਂ ਤੇ ਨਿਸ਼ਾਨ ਫੜ ਲਵੇ ਵੀ ਆਓ ਵੀ ਚਰਚਾ ਕਰੋ, ਫਿਰ ਕੀ ਕਰੋਗੇ ਤੁਸੀਂ? ਫਿਰ ਕੀ ਕਰੋਗੇ? ਇਹਨਾਂ ਨੂੰ ਪਤਾ ਹੀ ਨਿਸ਼ਾਨ ਦਾ ਮਤਲਬ ਕੀ ਹੈ। ਕੋਈ ਝੰਡੀ ਲਈ ਫਿਰਦਾ ਮੇਲੇ 'ਚ, ਮੇਲੇ ਲਈ ਫਿਰਦਾ ਭਲਵਾਨ ਅੱਗੇ ਪਿੰਡਾਂ ਦੇ ਮੇਲਿਆਂ 'ਚ, ਤੇ ਕੋਈ ਫੜ ਲਵੇ ਉਹਦੀ ਝੰਡੀ, ਕੋਈ ਫੜ ਲਵੇ ਵੀ ਆ ਜਾ ਬਈ। ਚੰਡੀਗੜ੍ਹ ਦੇ ਵਿਚਾਲੇ ਜਿਹੜਾ ਜਿੱਤੂਗਾ ਪੱਟ ਲੂ, ਜਿਹੜਾ ਜਿੱਤੂਗਾ ਪੱਟ ਲੂਗਾ, ਉੱਥੇ ਰੱਖਦੇ ਗੜਦੇ। ਐਂ ਕਰਦੇ ਹੁੰਦੇ, ਇਹੀ ਕਾਇਦਾ ਇਹੀ ਹੈ। ਨਿਸ਼ਾਨ ਲਈ ਕਿਹੜੀ ਗੱਲ ਦੇ ਫਿਰਦੇ ਨੇ? ਸਾਰੇ ਰੋੜ ਕੇ ਰੱਖਦੇ। ਜੇ ਸਾਰੇ ਜਿੱਤ ਲਏ, ਆਪੇ ਰੁੜ ਗਏ। ਗੇਮਾਂ 'ਚ ਵੀ ਜਿਹੜੀ ਟੀਮ ਜਿੱਤਦੀ ਉਹਦਾ ਝੰਡਾ ਉੱਪਰ ਚੱਕਦੇ ਨੇ। ਉਹਦਾ ਝੰਡਾ ਉੱਪਰ ਚੱਕਦੇ ਨੇ। ਜਿਹੜੀ ਟੀਮ ਜਿੱਤੂਗੀ, ਬਾਕੀ ਝੰਡੇ ਬਾਕੀ ਝੰਡੇ ਰਾਸ਼ਟਰ ਦੇ ਨੇ। ਉਹ ਝੰਡਾ ਗੇਮ ਦੇ ਲਿਹਾਜ਼ ਨਾਲ ਹੈ, ਸਿਰਫ ਟੀਮ ਦੇ ਲਿਹਾਜ਼ ਨਾਲ ਹੈ। ਬਾਕੀ ਰਾਸ਼ਟਰ ਦੇ ਉਹ ਅਲੱਗ ਨੇ। ਉਹਨਾਂ ਦੇ ਉਹ ਝੰਡੇ ਹੇਠੇ ਲੜਦੇ ਨੇ, ਕਿਉਂਕਿ ਉਹ ਮੁਲਕ ਖਰਚਾ ਜੋ ਦਿੰਦਾ ਉਹਨਾਂ ਨੂੰ। ਹਾਂਜੀ। ਲਸੈ ਡੰਡ ਪੱਤਰੀ ਬਿਨਾ ਪੱਤਰ ਜੈਸੇ। ਡੰਡੇ ਨੇ ਉਹ, ਡੰਡੇ ਹੀ ਰਹਿ ਗਏ। ਝੰਡੇ ਡੰਡੇ ਹੀ ਡੰਡੇ ਰਹਿ ਗਏ, ਬਿਨਾਂ ਪੱਤਿਆਂ ਤੋਂ, ਕਿ ਉਹਨਾਂ ਦੀ ਛਾਂ ਹੈ ਨਹੀਂ। ਝੰਡਾ
ਜੇ ਪੱਤੇ ਨਹੀਂ ਦਰਖਤ ਨੂੰ ਸੁੱਕਾ ਤੇ ਜਾਨ ਹੈ ਨਹੀਂ। ਝੰਡਿਆਂ 'ਚ ਜਾਨ ਹੈ ਨਹੀਂ, ਜੀਵਨ ਹੈ ਨਹੀਂ। ਜਿਹੜਾ ਜੀਵਨ ਨਹੀਂ ਦੇ ਸਕਦਾ, ਜਿਹ 'ਚ ਆਵੇ ਜੀਵਨ ਨਹੀਂ, ਤੁਹਾਨੂੰ ਜੀਵਨ ਕਿਵੇਂ ਦੇ ਦੂ? ਉਹਨੇ ਜੀਵਨ ਦੇਣਾ, ਧਰਮ ਨੇ ਜੀਵਨ ਦੇਣਾ। ਜੇ ਜੀਵਨ ਨਹੀਂ ਦੇ ਸਕਦਾ ਧਰਮ, ਆਵੇ ਨਿਰਜਿੰਦਾ, ਜਿਹੜੀ ਚੀਜ਼ ਆਵੇ ਨਿਰਜਿੰਦਾ, ਤੁਹਾਨੂੰ ਜਿੰਦ ਕਿਵੇਂ ਪਾ ਦੂ ਤੁਹਾਡੇ 'ਚ? ਮਰੇ ਨੂੰ ਜਿਉਂਦਾ ਕਿਵੇਂ ਕਰ ਦੂ? ਨਿਸ਼ਾਨ ਮਰੇ ਨੂੰ ਜਿਉਂਦਾ ਕਰਨ ਵਾਲੀ ਚੀਜ਼ ਹੈ। ਇਹ ਨਿਸ਼ਾਨ ਜਿਹੜਾ ਲਈ ਫਿਰਦਾ ਉਹ ਮਰੇ ਨੂੰ ਜਿਉਂਦਾ ਕਰੇ, ਆ ਨਿਸ਼ਾਨ ਕਰੇ। ਨਿਸ਼ਾਨ ਤਾਂ ਕਰ ਨਹੀਂ ਸਕਦਾ। ਜ਼ਿੰਮੇਵਾਰੀ ਜਿਹੜਾ ਲਈ ਫਿਰਦਾ ਉਹਨੇ ਜਿਉਂਦਾ ਕਰਨਾ, ਕਿਉਂਕਿ ਝੰਡੀ ਨੇ ਨਹੀਂ ਲੜਨਾ ਭਲਵਾਨ ਨੇ ਜਿਹੜਾ ਲਈ ਫਿਰਦਾ। ਘੋੜੇ ਨੇ ਨਹੀਂ ਲੜਨਾ, ਘੋੜਾ ਦਾ ਪ੍ਰਤੀਕ ਹੈ। ਪਿੱਛੇ ਜਿਹੜਾ ਆ ਰਿਹਾ ਰਾਜਾ, ਉਹਦਾ ਛੱਡਿਆ ਹੋਇਆ ਵੀ ਭਾਈ ਮੇਰਾ ਘੋੜਾ ਹੈ, ਜਿਹਨੇ ਫੜਨਾ ਫੜ ਲਓ, ਜਿਹੜਾ ਫੜੂ ਮੇਰਾ ਜੰਗ ਕਰੂਗਾ। ਜੇ ਉਹ ਜਿੱਤ ਗਿਆ ਮੈਂ ਉਹਦੇ ਅਧੀਨ, ਜੇ ਮੈਂ ਜਿੱਤ ਗਿਆ ਉਹ ਮੇਰੇ ਅਧੀਨ। ਇਹ ਹੈ, ਇਹ ਜੰਗ ਹੋ ਰਹੀ ਹੈ। ਇਹ ਗਿਆਨ ਦੀ ਜੰਗ ਹੋ ਰਹੀ ਹੈ, ਉਹ ਦੂਈ ਜੰਗ ਹੁੰਦੀ ਹੈ। ਨਿਯਮ ਦੋਹਾਂ ਦੇ ਕੋਈ ਨਹੀਂ, ਪਰ ਇਹ ਗਿਆਨ ਚਰਚਾ ਦੀ ਜੰਗ ਹੈ। ਇਹ 'ਚ ਗਿਆਨ ਖੜਕ ਚੱਲਦੀ ਹੈ, ਉੱਥੇ ਲੋਹੇ ਦੀਆਂ ਤਲਵਾਰਾਂ ਚੱਲਦੀਆਂ। ਇੱਥੇ ਲੋਭ ਰੱਤ ਵਗਦੀ ਹੈ, ਉੱਥੇ ਸਰੀਰ ਦਾ ਲਹੂ ਵਗਦਾ, ਖੂਨ ਵਗਦਾ। ਨਕਸ਼ਾ ਹੋਈ ਜਾਊਗਾ, ਨਕਸ਼ਾ ਹੋਈ ਜਾਊਗਾ। ਨਕਸ਼ੇ 'ਚ ਕੋਈ ਫਰਕ ਨਹੀਂ ਆਉਣਾ। ਗੱਲਬਾਤ ਕਰਨ 'ਚ ਗੱਲਬਾਤ ਹੋਈ ਜੀ ਆਊਗੀ। ਇਹ ਤੋਂ ਪਤਾ ਲੱਗਦਾ ਭਾਵਨਾ ਦਾ। ਨਿਸ਼ਾਨ ਰੁੜਦੇ ਜਾਂਦੇ ਨੇ ਸਾਰੇ, ਐ ਰੁੜਦੇ ਜਿਵੇਂ ਪੱਤਿਆਂ ਬਿਨਾਂ ਦਰਖਤ ਰੁੜਦੇ ਹੁੰਦੇ। ਲੱਕੜੇ ਹੁੰਦੀ ਆ, ਡੰਡੇ ਲਿਖਿਆ, ਡੰਡੇ। ਲਸੈਂ ਡੰਡ ਪੱਤਰੀ ਬਿਨਾ ਪੱਤਰ ਜੈਸੇ। ਪੱਤਿਆਂ ਵਾਲੇ ਜਿਹੜੇ ਡੰਡੇ ਸੀ, ਹੁਣ ਬਿਨਾਂ ਪੱਤਿਆਂ ਤੇ ਨੇ। ਜਿਹਦੇ ਮਗਰ ਫਿਰਦੇ ਸੀ ਨਾ ਬੰਦੇ ਲਈ, ਉਹ ਪੱਤੇ ਹੀ ਸੀ। ਬਹੁਤ ਹੀ ਛਾਂ ਪਤਰਾਲੀ, ਉਹਦੀ ਪਤਰਾਲੀ ਛਾਂ ਹੈ, ਗੁਰਮਤ ਦੀ ਹੈ ਉਹ। ਹਾਂ, ਇਹ ਗੁਰਮਤ ਦੇ ਧਾਰਨੀ ਦੇ ਨਾਲ ਜਿਹੜੇ ਗੁਰੂ ਨਾਨਕ ਦੇ ਨਾਲ ਸਿੱਖ ਫਿਰਦੇ ਨੇ, ਉਹ ਪੱਤੇ ਹੀ ਨੇ ਨਾਲ ਜਿਹੜੇ ਜੁੜੇ ਹੋਏ ਨੇ। ਜਿਹੜੇ ਜੀਵਨ ਲੈ ਰਹੇ ਨੇ, ਉੱਥੇ ਰਸ ਲੈ ਰਹੇ ਨੇ, ਪੱਤੇ ਹੀ ਨੇ ਉਹ। ਜਿਹੜੀ ਉਹਦੇ ਨਾਲ ਸੰਗਤ ਹੁੰਦੀ ਹੈ, ਉਹ ਪੱਤੇ ਹੀ ਹੁੰਦੇ ਨੇ ਉਹਦੇ ਨਾਲ। ਕੁਛ ਨਾ ਕੁਛ ਤਾਂ ਉੱਥੇ ਜੀਵਨ ਲੈ ਰਹੇ ਨੇ ਨਾ, ਰਸ ਲੈ ਰਹੇ ਨੇ, ਉਹ ਪੱਤੇ ਹੁੰਦੇ ਨੇ। ਉਹ ਨਿਸ਼ਾਨ ਨਾਲ ਪੱਤਾ ਹੀ ਨਹੀਂ ਛੱਡਿਆ ਕੋਈ। ਡੰਡੇ ਬਿਨਾਂ ਪੱਤਿਆਂ ਤੇ ਕਰਕੇ ਰੱਖ ਦਿੱਤੇ, ਨਿਸ਼ਾਨ ਰੋਡ ਤੇ। ਆ ਕਹਿ ਰਹੇ ਨੇ, ਕਹੂੰ ਛਤਰ ਡੰਡੇ ਡੰਡੇ ਬਚ ਗਏ ਹੋ। ਝੰਡੇ ਵਾਲੀ ਜਿਹੜੀ ਉਹ ਕਰਾਮਾਤ ਸੀ, ਉਹ ਤੇ ਸਾਬਤ ਕਰਤੀ ਤੁਹਾਡੇ 'ਚ ਕਰਾਮਾਤ ਨਹੀਂ ਹੈ। ਝੰਡਾ ਤੁਹਾਡਾ ਤਾਂ ਹੈ, ਉਹ ਚਰਚਾ ਕਰੋ। ਜੇ ਹਾਰ ਗਏ ਫਿਰ ਤੁਹਾਡਾ ਝੰਡਾ ਕਾਹਦਾ ਰਹਿ ਗਿਆ? ਸਾਰੇ ਢੇਰੀ ਹੋ ਗਏ ਝੰਡੇ। ਉਹ ਵਿਚਾਰਧਾਰਾ 'ਚ ਰੋਡ ਤੇ ਸਾਰੇ ਹੀ ਝੰਡੇ ਖੂਨ ਦੇ ਵਿੱਚ ਰੁੜ ਗਏ। ਜਿਹੜਾ ਤੁਸੀਂ ਝੰਡਾ ਲਈ ਫਿਰਦੇ ਹੋ, ਦਿਖਾਵਾ ਹੈ। ਕਾਹਦੇ ਵਾਸਤੇ? ਰੋਟੀਆਂ ਖਾਤਰ ਲਈ ਫਿਰਦੇ ਹੋ। ਦਿਖਾਵਾ ਹੀ ਰਹਿ ਗਿਆ ਝੰਡਾ, ਫਿਰ ਰੋਟੀਆਂ ਖਾਤਰ। ਕਹੂੰ ਛਤਰ ਤਾਮੋ ਬਹੇ ਜਾਤ ਕਾਟੇ। ਕਿਤੇ ਛਤਰ ਬਹਿੰਦੇ ਨੇ, ਸਿੰਘਾਸਣ। ਛਤਰ ਹੁੰਦਾ ਸਿਰ ਦੇ ਉੱਤੇ ਧਾਰਨ ਕੀਤਾ ਹੋਇਆ। ਕਿਸੇ ਦੇ ਦੇਖੋ ਨਾ, ਪੋਪ ਦੇ ਸਿਰ ਤੇ ਹੈ ਜਿਹੜਾ ਇਹ ਸੇਲੀ ਟੋਪੀ ਦਿੰਦੇ ਹੁੰਦੇ, ਜਿਹੜੇ ਉਦਾਸੀ ਨੇ ਟੋਪੀ ਦਿੰਦੇ ਹੁੰਦੇ ਸਿਰ ਤੇ। ਗੁਰੂ ਨਾਨਕ ਦੇਵ ਵੀ ਟੋਪੀ ਉਹ ਲਿਖਤੀ। ਪੰਡਤ ਪੱਗ ਦਿੰਦੇ ਨੇ, ਪੱਗ ਸਿੱਖਾਂ ਦੀ ਨਹੀਂ ਹੈ, ਇਹਨਾਂ ਨੂੰ ਪਤਾ ਹੀ ਨਹੀਂ ਹੈ। ਦਸਤਾਰ ਪੰਡਤ ਤੋਂ ਆਈ ਹੋਈ ਹੈ ਪਹਿਲਾਂ ਦਾ ਹਿੰਦੁਸਤਾਨ ਦੇ ਵਿੱਚ। ਦੋ ਧੋਤੀ ਵਸਤਰ ਕਪਾਟਮ, ਦੋ ਧੋਤੀਆਂ ਅਰਸਲ ਦਾ ਵਸਤਰ, ਇਹ ਪਹਿਲਾਂ ਤਾਂ ਆਇਆ ਹੈ। ਸਿਰ ਦੇ ਉੱਤੇ ਜਿਹੜੀ ਪੱਗ ਦੇਣੀ ਹੈ, ਸ਼ੁਰੂ ਤੋਂ ਦਿੰਦੇ ਆਏ ਨੇ ਹਿੰਦੂ ਮਤ 'ਚ। ਜਦੋਂ ਰਸਮ ਪਗੜੀ ਜਿਹੜੀ ਹੈ ਸ਼ੁਰੂ ਤੋਂ ਚੱਲਦੀ ਆਈ ਹੈ, ਇਹ ਕਿਤੇ ਸਿੱਖਾਂ 'ਚ ਚਾਲੂ ਹੈ। ਇਹਨਾਂ ਨੂੰ, ਇਹ ਮਿਸ਼ਨਰੀ ਵਾਲਿਆਂ ਨੇ ਤਾਂ ਬਹੁਤ ਹੀ ਗਲਤ ਪ੍ਰਚਾਰ ਕੀਤਾ। ਯਾਨੀ ਸਿੱਖਾਂ ਨੂੰ ਤੇ ਉਹਨਾਂ ਨੂੰ ਨਖੇੜਨ ਤੇ, ਜ਼ਹਿਰ ਪਾਉਣ ਤੇ ਇਹਨਾਂ ਨੇ ਸਾਰਾ ਜੋਰ ਲਾਤਾ। ਇਹਨਾਂ 'ਚ ਐਸੀ ਜ਼ਹਿਰ ਪਾ ਦਈਏ ਬਈ ਹਿੰਦੂ ਨਫ਼ਰਤ ਕਰਨ ਸਿੱਖਾਂ ਤੋਂ, ਸਿੱਖ ਨਫ਼ਰਤ ਕਰਨ ਹਿੰਦੂਆਂ ਤੋਂ, ਤਾਂ ਕਿ ਹਿੰਦੂ ਸਿੱਖ ਸਿੱਖਿਆ ਲੈ ਨਾ ਲੈਣ, ਵੇਦ ਦੀ ਸਿੱਖਿਆ ਨਾ ਲੈਣ। ਇਹਨੂੰ ਵੇਦ ਨਹੀਂ ਕਹਿਣਾ। ਜੇ ਵੇਦ ਕਹਿਤਾ ਤਾਂ ਹਿੰਦੂ ਆਕਰਸ਼ਿਤ ਹੋ ਜਾਣਗੇ। ਇਹ ਸਾਰੀ ਇਹਨਾਂ ਦੀ ਸਾਜ਼ਿਸ਼ ਸੀ।
ਜ਼ਹਿਰ ਪਾਉਣ ਦੀ, ਉਹ ਨੰਗੇ ਹੋ ਗਏ ਹੁਣ। ਇਹ ਆ ਤੁਹਾਡੇ ਆਪ ਅੰਦਰਖਾਨੇ ਰਲੇ ਹੋਏ ਨੇ, ਦੁਕਾਨਦਾਰ ਇਹ ਨੇ, ਦੁਕਾਨਦਾਰ ਉਹ ਨੇ। ਜਦੋਂ ਕਬਰ ਤੁਸੀਂ ਗੁਰਬਾਣੀ ਨੂੰ ਵੇਦਬਾਣੀ ਕਹਿਦਾ ਬੜੇ ਮੱਚੇ ਤੇ। ਹਾਂ, ਵੇਦਬਾਣੀ ਕਹੇ ਤੇ ਬੜਾ ਔਖੇ ਹੁੰਦੇ ਨੇ। ਵੇਦਬਾਣੀ ਕਹੀ ਹੋਈ ਹੈ ਜਗ੍ਹਾ ਜਗ੍ਹਾ, ਹੈ ਹੀ ਵੇਦਬਾਣੀ, ਹੈ ਹੀ ਵੇਦਬਾਣੀ, ਗੁਰਬਾਣੀ ਵੇਦਬਾਣੀ ਹੋਏ ਹੈ। ਕਹੂੰ ਛਤਰ ਤਾਮੋ ਬਹੇ ਜਾਤ ਕਾਟੇ। ਆ ਜਿਹੜੇ ਨੇ ਗ੍ਰੰਥ, ਇਹ ਕਹਿੰਦੇ ਨੇ ਹਿੰਦੂਆਂ ਦੇ ਨੇ ਕਿ ਤੁਸੀਂ, ਤੁਹਾਡਾ ਮੀਂਹ ਪਿਆ ਸੀ ਸਿੱਖਾਂ ਦਾ, ਤੁਸੀਂ ਕਿੱਥੋਂ ਆਏ ਸੀ? ਦਿਖਾਓ ਤਾਂ ਗੁਰਬਾਣੀ ਕਿੱਥੋਂ ਆਈ। ਕਬੀਰ ਤੋਂ ਆਈ ਹੋਈ ਹੈ, ਉਦੋਂ ਪਹਿਲਾਂ ਵੀ ਹੈਗੀ ਹੈ। ਇਹ ਗੁਰੂ ਨਾਨਕ ਤੋਂ ਕਿਉਂ ਕਹਿੰਦੇ? ਇਹਨਾਂ ਨੇ ਅੱਡ ਕਰਕੇ ਸਿੱਖਾਂ ਨੂੰ ਗੁੰਮਰਾਹ ਕਰਕੇ ਸਾਰੀ ਦੁਨੀਆ ਨੂੰ ਵੱਖਰਾ ਕਰ ਦੇਣਾ ਸੀ। ਵੀ ਇਹਨਾਂ ਨੂੰ ਦੁਨੀਆ ਨਾਲ ਵੱਖਰਾ ਕਰਕੇ, ਦੁਨੀਆ ਤੋਂ ਅੱਡ ਕਰਕੇ ਇਹਨਾਂ ਨੂੰ ਖਤਮ ਕਰਦੀ। ਜਿਹੜਾ ਦੁਨੀਆ ਤੋਂ ਅੱਡ ਹੋ ਗਿਆ ਖਤਮ ਹੋ ਜਾਂਦਾ ਹੁੰਦਾ। ਧਰਮ ਤਾਂ ਪੈਦਾ ਹੋ ਕੇ ਦੁਨੀਆ 'ਚ ਮਿਕਸ ਹੁੰਦਾ। ਸਾਰੀ ਦੁਨੀਆ ਦੇ ਮਤਲਬ ਦਾ ਜਿਹੜਾ ਧਰਮ ਨਹੀਂ, ਉਹ ਫੈਲ ਹੀ ਨਹੀਂ ਸਕਦਾ। ਜਿਹੜਾ ਧਰਮ ਸਭ ਨੂੰ ਚੰਗਾ ਨਹੀਂ ਲੱਗਦਾ, ਉਹ ਨਹੀਂ ਫੈਲ ਸਕਦਾ। ਸਭ ਦੀ ਰੇਣ ਹੋਣਾ ਚਾਹੀਦਾ ਧਰਮ। ਸਾਰਿਆਂ ਦੀ ਅੱਖ ਦਾ ਸੁਰਮਾ ਹੋਣਾ ਚਾਹੀਦਾ ਧਰਮ। ਸਾਰਿਆਂ ਦੀ ਅੱਖ ਨੂੰ ਕੋਈ ਬਿਮਾਰੀ ਹੋਵੇ, ਫਿੱਟ ਹੋਣਾ ਚਾਹੀਦਾ। ਬਿਮਾਰੀ ਕੋਈ ਹੋਵੇ ਕਿਸੇ ਦੀ ਅੱਖ ਨੂੰ, ਅਕਲ ਨੂੰ, ਅੱਖ ਅਕਲ ਹੈ ਨਾ, ਅਕਲ 'ਚ ਕੋਈ ਨੁਕਸ ਹੋਵੇ, ਇਹ ਨੁਕਸ ਹਰੇਕ ਨੁਕਸ ਅਕਲ ਦਾ ਦੂਰ ਕਰੇ, ਸਾਰਿਆਂ ਦਾ ਹੀ। ਤੇ ਨੁਕਸ ਦੂਰ ਕਰਨ ਨੂੰ ਤਾਂ ਕਿਤਾਬਾਂ ਲੋਕ ਪੜ੍ਹਦੇ ਨੇ। ਅਕਲ ਦੇ ਨੁਕਸ ਦੂਰ ਕਰਨ ਵਾਸਤੇ ਹੀ ਲੋਕ ਸਾਰਾ ਕੁਝ ਕਰ ਰਹੇ ਨੇ। ਕਿਸੇ ਕਿਸਮ ਦਾ ਵੀ ਅਕਲ ਦਾ ਨੁਕਸ ਹੋਵੇ, ਉਹ ਦੂਰ ਕਰਨਾ। ਕੋਈ ਜੀ ਨੁਕਸ ਦੂਰ ਕਰਨ ਵਾਲੀ ਚੀਜ਼ ਮਾੜੀ ਹੁੰਦੀ ਹੈ। ਆ ਨੁਕਸ ਦੂਰ ਜ਼ਬਰਦਸਤੀ ਨਹੀਂ ਹੁੰਦਾ। ਜ਼ਬਰਦਸਤੀ ਅੱਖ ਭੰਨ ਸਕਦੇ ਹੋ ਤੁਸੀਂ ਕਿਸੇ ਦੀ, ਜ਼ਬਰਦਸਤੀ ਅੱਖ ਭੰਨਣ ਵਾਲੀ ਗੱਲ ਹੈ। ਜ਼ਬਰਦਸਤੀ ਧਰਮ ਨਹੀਂ। ਤੁਸੀਂ ਜ਼ਬਰਦਸਤੀ ਨੁਕਸ ਨਹੀਂ ਦੂਰ ਹੁੰਦਾ। ਨੁਕਸ ਉਹਨੇ ਆਪਣਾ ਆਪ ਦੂਰ ਕਰਨਾ। ਜੇ ਕੋਈ ਨੁਕਸ ਦੂਰ ਕਰਨਾ ਨਹੀਂ ਚਾਹੁੰਦਾ, ਤੁਹਾਡੇ ਉਪਦੇਸ਼ ਨਾਲ ਨਹੀਂ ਹੋਣਾ। ਨੁਕਸ ਦੂਰ ਉਹਨੇ ਆਪਣਾ ਆਪੇ ਕਰਨਾ। ਅਕਲ ਦਾ ਤੁਸੀਂ ਦੱਸ ਸਕਦੇ ਹੋ ਤਰੀਕਾ, ਵੀ ਭਾਈ ਆਹ ਤਰੀਕਾ ਇਹਦੇ ਨਾਲ ਦੂਰ ਕਰ ਲਾ। ਕੀਤਾ ਨਹੀਂ ਜਾ ਸਕਦਾ ਨੁਕਸ ਦੂਰ। ਸਭ ਨੂੰ ਪਸੰਦ ਆਉਣਾ ਚਾਹੀਦਾ। ਪਸੰਦ ਤੇ ਕਾਬਲ ਚਾਹੀਦਾ। ਜੇ 2 4 10 ਨਹੀਂ ਮੰਨਣਗੇ, ਮੂਰਖ ਹੋਣਗੇ। 100 200 400 ਮੰਨ ਵੀ ਲੈਣਗੇ। ਥੋੜੇ ਆਦਮੀ ਸੀ, ਵਿਰੋਧ ਨਹੀਂ ਕਿਸੇ ਨੇ ਕੀਤਾ ਗੁਰਬਾਣੀ ਦਾ। ਪੰਜਾਬ 'ਚ ਗੁਰਬਾਣੀ ਲੈ ਕੇ ਅਰਥਾਂ ਦੇ ਅਨਰਥ ਕਰਨ ਲੱਗੇ। ਪੰਡਤ ਨੇ ਵੀ ਵਿਰੋਧ ਕੀਤਾ। ਹੁਣ ਵੀ ਸਾਰੀ ਦੁਨੀਆ 'ਚ ਗੁਰੂ ਨਾਨਕ ਦਾ ਗੁਰਬਾਣੀ ਦੇ ਕੋਈ ਵਿਰੋਧ 'ਚ ਨਹੀਂ ਬੋਲਦਾ। ਅਰਥ ਨਹੀਂ ਕਰਦੇ ਠੀਕ, ਬਸ ਸ਼ਰਾਰਤ ਇਹ ਹੈ। ਆਪਣੇ ਧਰਮ ਨੂੰ ਬਚਾ ਕੇ ਅਰਥ ਕਰਦਾ ਹਰੇਕ। ਗੁਰਬਾਣੀ ਦੇ ਅਰਥ ਕਰਦਾ, ਆਪਣੀ ਮਤ ਨੂੰ ਬਚਾ ਕੇ ਕਰਦਾ, ਆਪਣੇ ਨੁਕਸ ਨੂੰ ਬਚਾ ਕੇ ਕਰਦਾ। ਮੇਰਾ ਨੁਕਸ ਇਵੇਂ ਰਹੇ, ਮੈਂ ਨੁਕਸ ਠੀਕ ਨਹੀਂ ਕਰਨਾ, ਉੱਥੋਂ ਉਹ ਬਚਾ ਲੈਂਦਾ। ਸ਼ਰਾਰਤ ਕਰਦੇ ਨੇ ਸਾਰੇ, ਨਾਲ ਲੈ ਕੇ ਸਾਰੇ ਚੱਲਦੇ। ਰਾਧਾ ਸਵਾਮੀ ਵੀ ਲੈ ਕੇ ਚੱਲਦੇ ਨੇ। ਰਾਧਾ ਸਵਾਮੀ ਨਾਲੇ ਸਮਾਧੀ ਨੂੰ ਲੈ ਕੇ ਚੱਲਦੇ ਨੇ, ਇਹਦੀ ਸ਼ਿਵਜੀ ਵਾਲੀ ਨੂੰ, ਤੇ ਨਾਲੇ ਸੁੱਖੇ ਦਾ ਵਿਰੋਧ ਵੀ ਕਰੀ ਜਾਂਦੇ ਨੇ। ਦੋ ਗੱਲਾਂ ਸ਼ਰਾਰਤ ਕਰਦੇ ਨੇ ਨਾ। ਇਹ ਲੋਕ ਧਾਰਮਿਕ ਨਹੀਂ। ਸ਼ਰਾਰਤੀ ਆਦਮੀ ਧਾਰਮਿਕ ਹੁੰਦਾ ਹੀ ਨਹੀਂ। ਸ਼ੈਤਾਨ ਨਹੀਂ ਧਾਰਮਿਕ ਹੁੰਦਾ। ਸ਼ੈਤਾਨ ਧਾਰਮਿਕ ਨਹੀਂ ਹੁੰਦਾ। ਸ਼ੈਤਾਨ ਧਰਮ ਤੋਂ ਵਿਰੋਧੀ ਹੁੰਦਾ, ਪਰ ਮੂੰਹੋਂ ਨਹੀਂ ਕਹਿੰਦਾ ਮੈਂ ਵਿਰੋਧ ਕਰਦਾ। ਧਰਮ ਦਾ ਚੋਗਾ ਪਾ ਕੇ, ਚੋਲਾ ਪਾ ਕੇ ਸ਼ੈਤਾਨ ਲੀਡਰ ਬਣ ਜਾਂਦਾ। ਜਿਹੜੇ ਮਨ ਹੈ ਨਾ, ਜਿਹੜੀ ਮਨਮਤ ਬਣੀ ਹੈ, ਮਨ ਸ਼ੈਤਾਨ। ਇਹ ਮਨਮਤਾਂ ਸ਼ੈਤਾਨ ਦੀਆਂ ਬਣਾਈਆਂ ਹੋਈਆਂ ਸਾਰੀਆਂ। ਕਿਸ ਵੇਲੇ ਮਨ ਨੇ ਅਗਵਾਈ ਕਰ ਦੇਣੀ ਹੈ। ਗੁਰ ਦਖਲਾਈ ਮੋਰੀ, ਜਿਤ ਮਿਰਗ ਪੜਤਾ ਹੈ ਚੋਰੀ। ਇਸ ਤਰੀਕੇ ਨਾਲ ਮਨ ਨੇ ਮਿਰਗ ਹੋ ਕੇ ਚੋਰੀ ਪੂਰੇ ਹੋ ਜਾਣਾ, ਤੇ ਬੁੱਧੀ ਨੂੰ ਮਗਰ ਲਾ ਲੈਣਾ, ਅਕਲ ਨੂੰ ਪਤਾ ਹੀ ਨਹੀਂ ਲੱਗਣਾ। ਤੇ ਜਦ ਕਬੀਰ ਨੂੰ ਇਹ ਮੋਰੀ ਦਾ ਪਤਾ ਲੱਗਿਆ, ਸਾਰੀਆਂ ਹੀ ਮੋਰੀਆਂ ਦੇ ਅੱਗੇ ਝਾਫੇ ਲਾਤੇ। ਗੁਰਬਾਣੀ ਸਾਰੀਆਂ ਮੋਰੀਆਂ ਦੇ ਅੱਗੇ ਝਾਫੇ ਲਾ ਰਹੀ ਹੈ। ਨਿਕਲ ਕਿੱਦਾਂ ਦੀ ਨਿਕਲਦਾ ਹੈ, ਮਨ ਨੂੰ ਅੰਦਰੇ ਘੇਰ ਲਿਆ। ਰਸਤਾ ਉੱਪਰ ਨੂੰ ਨਿਕਲਣ ਦਾ, ਸਾਈਡ ਨੂੰ ਨਿਕਲਣ ਦਾ ਰਸਤਾ ਬੰਦ ਕਰਤਾ। ਆਕਾਸ਼ ਨੂੰ ਨਿਕਲ, ਉੱਪਰ ਨੂੰ ਇੱਕੋ ਹੀ ਰਸਤਾ ਛੱਡਿਆ। ਉੱਪਰ ਨੂੰ ਨਿਕਲ ਜਾਇਆ, ਥੱਲੇ ਨੂੰ ਨਿਕਲ ਜਾ। ਉੱਪਰ ਨੂੰ ਤਾਂ ਨਿਕਲ ਹੀ ਨਹੀਂ ਸਕਦਾ, ਕਿਉਂ ਪਤਾਲਾਂ ਆਕਾਸ਼ਾਂ ਆਕਾਸ਼ ਲੱਖ ਨੇ। ਅੰਦਰੇ ਸਮਾ ਜਾ,
ਨਾ ਥੱਲੇ ਨੂੰ ਨਿਕਲ ਸਕਦਾ ਹੈ, ਨਾ ਉੱਪਰ ਨੂੰ ਨਿਕਲ ਸਕਦਾ। ਦਸਾਂ ਹੀ ਦਿਸ਼ਾਵਾਂ ਨਹੀਂ ਨਿਕਲ ਸਕਦਾ। ਵਾਹ ਹਿਰਦੇ 'ਚ ਸਮਾ ਜਾ, ਇੱਥੇ ਹੀ ਚੁੱਪ ਕਰਕੇ। ਜਿੰਨੀ ਕੁ ਜਗ੍ਹਾ ਸੇਫ ਹੈ ਉਹਦੇ ਵਿੱਚ ਰਹਿ, ਬਸ ਉਹਦੇ ਵਿੱਚ ਰਹਿ। ਜਿਹੜੀ ਸੇਫ ਜਗ੍ਹਾ ਹਿਰਦਾ, ਜਿੱਥੇ ਕਾਲ ਦਾ ਜਾਲ ਨਹੀਂ ਜਾਂਦਾ, ਕਾਲ ਦੀ ਫਾਂਸ ਨਹੀਂ ਜਾਂਦੀ। ਹਾਂਜੀ। ਕਹੂੰ ਛਤਰ ਤਾਮੋ ਬਹਿ ਜਾਤ ਕਾਟੇ। ਕਿਤੇ ਛਤਰੀ ਬਹਿ ਜਾਂਦੇ ਕੱਟੇ। ਛਤਰੀ ਉਹ ਸੀ ਜਿਹੜੇ ਗਿਆਨ ਚਰਚਾ, ਜਿਹੜੇ ਝੰਡੇ ਲਈ ਫਿਰਦੇ ਤੇ ਛਤਰੀ ਨੇ। ਉਹ ਛਤਰੀਆਂ ਦੇ ਸਿਰ ਤੇ ਹੀ ਛਤਰ ਨੇ ਨਾ। ਛਤਰੀ ਉਹ ਛਤਰਧਾਰੀ ਨੂੰ ਛਤਰੀ ਕਹਿੰਦੇ ਨੇ। ਜਿਹੜਾ ਜਿਹਦਾ ਝੰਡਾ ਹੈ, ਸਿਰ ਤੇ ਤਾਜ ਹੈ, ਛਤਰ ਹੈ, ਉਹੀ ਤਾਂ ਛਤਰੀ ਹੈ। ਛਤਰਧਾਰੀ ਨੂੰ ਛਤਰੀ ਕਹਿੰਦੇ ਨੇ। ਬਹਿ ਜਾਤ ਕਾਟੇ, ਉਹ ਕੱਟੇ ਹੋਏ ਜਦ ਬੰਦਾ ਕੱਟੇਗਾ ਤਾਜ ਵੀ ਤਾਂ ਨਾਲੇ ਰੁੜਿਆ ਜਾਂਦਾ ਉਹਦਾ। ਮਨੋਂ ਫੇਨ ਸੇ 12ਵੇਂ ਬਸਤਰ ਫਾਟੇ। ਜਿਵੇਂ ਜਦ ਹੁੰਦਾ ਨਾ ਖੂਨ ਦਾ ਚੱਲਦਾ ਹੈ ਤਾਂ ਖੂਨ 'ਚੋਂ ਬੁਲਬੁਲੇ ਬਹੁਤ ਉੱਠਦੇ ਹੁੰਦੇ ਨੇ। ਛੇਤੀ ਉਹ ਖੂਨ ਹੋ ਜਾਂਦਾ ਨਾ, ਹਵਾ ਲਾ ਕੇ ਸੜਨ ਲੱਗ ਜਾਂਦਾ ਖੂਨ ਦੇ ਵਿੱਚੋਂ। ਕਹਿੰਦੇ ਜਿਹੜੇ ਝੱਗ ਉੱਠਦੀ ਹੈ ਨਾ ਬੁਲਬੁਲੇ, ਜਿਵੇਂ ਉਹ 'ਚ ਪਾਟਿਆ ਹੋਇਆ ਕੱਪੜਾ ਹੋਵੇ, ਡੁੱਬਦਾ ਨਹੀਂ ਹੁੰਦਾ, ਉੱਤੇ ਤਰਦਾ ਹੁੰਦਾ, ਐਂ ਤਰਦੇ ਜਾਂਦੇ ਨੇ। ਮਨੋਂ ਫੇਨ ਸੇ 12ਵੇਂ ਬਸਤਰ ਫਾਟੇ। ਫਟੇ ਹੋਏ ਬਸਤਰ, ਖੂਨ ਦੇ ਝੱਗ, ਖੂਨ ਦੀ ਝੱਗ ਹੋਵੇ ਤੇ ਖੂਨ ਹੋਵੇ ਜ਼ਿਆਦਾ, ਰੁੜਿਆ ਜਾਂਦਾ ਹੋਵੇ, ਉੱਤੇ ਕੱਪੜਾ ਵਿੱਚ ਜਾਂਦਾ ਹੋਵੇ, ਉੱਤੇ ਦੀਦਾ ਹੁੰਦਾ ਨਾ ਕੱਪੜਾ, ਐਂ ਦੀਦੇ ਨੇ ਉਹ। ਕਹੂੰ ਬਾਹਾਂ ਕਾਟੀ ਬਹਿ ਜਾਤ ਐਸੇ। ਕਿਤੇ ਵੱਡੀ ਹੋਈ ਬਾਂਹ ਮੋਢੇ ਕੋਲੋਂ ਐਂ ਵਿੱਚ ਜਾਂਦੀ ਹੈ। ਮਨੋਂ ਐਂ ਉਂਗਲੀਆਂ ਸਿੱਧੀਆਂ ਨੇ ਉਹਦੇ 'ਚ। ਮਨੋਂ ਪੰਚ ਬਕਰ ਤਾਨ ਕੇ ਨਾਗ ਜੈਸੇ। ਜਾਂ ਪੰਜਾਂ ਮੂੰਹਾਂ ਵਾਲਾ ਸੱਪ ਜਾਂਦਾ ਹੁੰਦਾ। ਜਿਵੇਂ ਪੰਜ ਮੂੰਹ ਵਾਲਾ ਸੱਪ ਹੁੰਦਾ ਨਹੀਂ ਹੈ, ਇਸੇ ਨੂੰ ਪੰਜ ਮੂੰਹ ਵਾਲਾ ਸੱਪ ਕਹਿੰਦੇ ਨੇ। ਹੁੰਦਾ ਹੀ ਨਹੀਂ ਸੱਪ ਪੰਜ ਮੂੰਹ। ਮੁਖੀ ਸੱਪਨ ਕਾਲੀ। ਪੰਜ ਮੁਖੀ ਜੁਗ ਸਾਂਪਣਕਾਰੀ। ਮਾਇਆ ਨੂੰ ਪੰਜ ਮੂੰਹ ਵਾਲੀ ਸੱਪਣੀ ਕਿਹਾ, ਇਹਨਾਂ ਨੇ ਸੱਚੀ ਮੁੱਚੀ ਦੇ ਸਭ ਪੰਜ ਮੂੰਹ ਵਾਲਾ ਬਣਾਤਾ। ਉਹ ਵਿਸ਼ਨੂੰ ਦੇ ਉੱਤੇ ਜਿਹੜਾ ਮੂੰਹ ਬਣਾਇਆ ਪੰਜ ਮੂੰਹ ਵਾਲਾ ਸੱਪ, ਉਹ ਮਾਇਆ ਦੇ ਉੱਤੇ ਹੈ, ਮਾਇਆਪਤੀ ਹੈ, ਮਾਇਆ ਉਹਦੇ ਕਾਬੂ 'ਚ ਹੈ। ਗੱਲ ਇਹ ਹੈ, ਪੰਜ ਮੂੰਹ ਵਾਲਾ ਸੱਪ ਹੋਈ ਨਹੀਂ, ਦੋ ਮੂੰਹਾਂ ਵੀ ਨਹੀਂ ਸੱਪ ਹੋ ਸਕਦਾ, ਹੋ ਹੀ ਨਹੀਂ ਸਕਦਾ। ਕਿਵੇਂ ਹੋਊਗਾ? ਹਾਂਜੀ। ਚੜੇ ਵੀਰ ਬਾਜੀ ਬਹਿ ਜਾਤ ਮਾਰੇ। ਚੜੇ ਵੀਰ ਬਾਜੀ ਬਹਿ ਜਾਤ ਮਾਰੇ। ਘੋੜਿਆਂ ਤੇ ਚੜੇ ਹੋਏ ਸਣੇ ਘੋੜੇ ਸਵਾਰ। ਸਨਾ ਹੀਨ ਕੇ ਸਵਾਰ ਸਣੇ ਘੋੜੇ ਸਵਾਰ ਰੁੜੇ ਜਾਂਦੇ ਨੇ ਵਿੱਚ। ਰੁੜੇ ਹੋ ਜਾਂਦੇ ਨੇ ਜਿਨ੍ਹਾਂ ਨੇ ਮਤ ਛੱਡੀ ਨਹੀਂ। ਉਹੀ ਬੁੱਧ ਰੱਖੀ ਹੈ, ਉਹੀ ਗਿਆਨ ਰੱਖਿਆ। ਸਣੇ ਘੋੜੇ, ਸਣੇ ਘੋੜੇ ਜਾਂਦੇ ਨੇ। ਉਹਨਾਂ ਨੇ ਨਹੀਂ ਛੱਡੀ ਹਟ ਧਰਮੀ। ਉਹ ਸਣੇ ਘੋੜੇ ਹੀ ਨੇ ਵਿੱਚ ਰੁੜ ਗਏ। ਮੰਨੇ ਨਹੀਂ ਜਿਹੜੇ ਲੋਕਾਂ ਨੇ ਮਨੋ ਤਿਆਗ ਤੇ, ਜਿਹੜੇ ਪਬਲਿਕ ਨੇ ਮਨੋ ਤਿਆਗ ਤੇ ਰੁੜ ਗਏ, ਉੱਠ ਕੇ ਚਲੇ ਗਏ। ਜਿਹੜੇ ਨਾਲ ਬੰਦਾ ਗਿਆ ਨਹੀਂ ਉਹ ਰੁੜੇ ਗਏ। ਜਿਹੜੇ ਸਭਾ 'ਚ ਉੱਠ ਕੇ ਚਲੇ ਗਏ ਇਕੱਲੇ ਹੀ, ਨਾਲ ਕੋਈ ਗਿਆ ਨਹੀਂ, ਉਹ ਰੁੜ ਗਏ। ਗੁੱਸੇ ਹੋ ਕੇ ਉੱਠ ਕੇ ਚਲੇ ਗਏ। ਜੋ ਪੰਜਵੇਂ ਪਾਤਸ਼ਾਹ ਕਹਿੰਦੇ ਨੇ, ਜਦੋਂ ਲਿਖ ਰਹੇ ਸੀ ਨਾ, ਉਹਨੇ ਕਿਹਾ ਵੀ ਜਿਹਦੇ ਕੋਲ ਭਾਈ ਹੈਗੀ ਬਾਣੀ, ਲੋਕ ਲਿਖਦੇ ਸੀ ਨਾ ਵੀ ਜਿਹੜਾ ਕੋਈ ਗੁਰਬਾਣੀ ਦੇ ਸਟੈਂਡਰਡ ਦੀ ਕਿਸੇ ਕੋਲ ਹੈ ਲਿਖਿਆ ਹੋਇਆ ਕੁਛ, ਉਹ ਲਿਆਓ। ਲਿਆ ਕਈ ਆਦਮੀ ਆਏ, ਕੋਈ ਛੱਜੂ ਨਹਾਉਂਦਾ ਆਇਆ, ਉਹਨੇ ਆ ਕੇ ਕਿਹਾ ਵੀ ਜੈਸੀ ਮੌਤ ਛੱਜੂ ਦੇ ਚਬਾਰੇ ਨਾ ਬਲਖ ਨਾ ਬੁਖਾਰੇ। ਉਹ ਕਹਿੰਦੇ ਗੱਲ ਤੇਰੀ ਦੁਨਿਆਵੀ ਹੈ, ਚਵਾਰਾ ਬਾਹਰ ਹੈ। ਚਾਰ ਦਰਵਾਜ਼ਿਆਂ ਨੂੰ ਚੌਬਾਰਾ ਕਹਿੰਦੇ ਨੇ। ਚਾਰੇ ਪਾਸੇ ਜਿਹਦੇ ਦਰਵਾਜ਼ੇ ਹੋਣ ਚੌਬਾਰ ਹੈ, ਚਾਰ ਬਾਰ ਹੋਣ, ਫਿਰ ਇਹ ਚੌਬਾਰਾ ਤ੍ਰਿਕੁਟੀ ਨੂੰ ਕਹਿੰਦੇ ਨੇ। ਦੋ ਅੱਖਾਂ ਨੇ, ਦੋ ਕੰਨ ਨੇ, ਚਾਰੇ ਦਰਵਾਜ਼ੇ ਨੇ ਇਹਦੇ ਬਰਾਬਰ ਕੰਧਾਂ ਨੂੰ। ਬਲਖ ਬੁਖਾਰੇ 'ਚ ਹੈ ਨਹੀਂ। ਬਲਖ ਬੁਖਾਰਾ ਵੀ ਇੱਕ ਸ਼ਹਿਰ ਹੈ। ਗੁਰਬਾਣੀ ਨਾਲ ਦਾ ਕੋਈ ਮੇਲ ਨਹੀਂ ਹੈ। ਉਹ ਗੁੱਸੇ ਹੋ ਕੇ ਭੱਜ ਕੇ ਚਲਾ ਗਿਆ ਬੋਲਦਾ। ਐਂ ਵੀ ਚਲੇ ਜਾਂਦੇ ਨੇ ਮੂਰਖ। ਕਹਿੰਦੇ ਇਹ ਸਾਡੇ ਸਟੈਂਡਰਡ ਦੀ ਗੱਲ ਨਹੀਂ ਹੈ।
ਗੁਰਬਾਣੀ ਦੇ ਸਟੈਂਡਰਡ ਦੀ ਗੱਲ ਨਹੀਂ ਹੈ। ਉਹ ਕਹਿੰਦਾ ਮੇਰਾ ਭਾਵ ਅਰਥ ਹੈ, ਉਹ ਕਹਿੰਦੇ ਤੇਰਾ ਭਾਵ ਅਰਥ ਹੋਊ। ਦੁਨੀਆ ਨੇ ਤਾਂ ਅਰਥ ਆਪਣੇ ਕਰਨੇ ਨੇ, ਦੁਨੀਆ ਨੇ ਅਰਥ ਡਿਕਸ਼ਨਰੀ ਦੇ ਹਿਸਾਬ ਨਾਲ ਕਰਨੇ ਨੇ। ਇਹ ਡਿਫਾਈਨ ਕਰ ਤੂੰ ਇਹਨੂੰ ਆਪਣੇ ਤਾਂ ਕਵਿਤਾ ਡਿਫਾਈਨ ਕਿਉਂ ਨਹੀਂ ਕੀਤਾ ਮੈਂ? ਫਿਰ ਨਾਲੇ ਤਿਰਕੁੜੀ ਦੇ ਵਿੱਚ ਤਾਂ ਹੈ ਹੀ ਨਹੀਂ, ਚਵਾਰੇ ਤਾਂ ਹੈ ਹੀ ਨਹੀਂ, ਧਰਤੀ ਤੇ ਹੈ ਮੋਜ। ਨਿਵੇਂ ਸੋ ਗੌਰਾ ਹੋਏ ਤੂੰ ਤੇ ਡਲਨੇ ਚਵਾਰੇ ਚ, ਉਹਦਾ ਹੰਕਾਰ ਹੈ। ਨਾਨਕ ਦਾ ਨਿਵੇਂ ਸੋ ਗੌਰਾ ਹੋਏ, ਇਹ ਨਹੀਂ ਗੱਲ। ਹਾਂਜੀ, ਚੜੇ ਵੀਰ ਬਾਜੀ ਬਹੇ ਜਾਤ ਮਾਰੇ, ਸਨਾਹੀਨ ਕੇ ਸਵਾਰ ਪਾਰੇ ਪੰਧਾਰੇ। ਸਨਾਹੀਨ ਸੰਤੋਖ ਨਹੀਂ ਹੈ ਜਿਨ੍ਹਾਂ ਦੇ, ਸਨਾਹੀਨ ਕੇ ਸਵਾਰ, ਜਿਨ੍ਹਾਂ ਦੇ ਸਨਾ ਹੁੰਦੀ ਹੈ ਸੰਤੋਖ। ਸੰਤੋਖ ਹੈ ਬਚਾਉਂਦਾ ਮਾਇਆ ਦੇ ਕਿਸੇ ਵੀ ਹਥਿਆਰ ਤੋਂ। ਮਾਇਆ ਦਾ ਕੋਈ ਵੀ ਜਿਹੜਾ ਹੈ ਹਥਿਆਰ, ਸੰਤੋਖ ਦੀ ਕਬਜ਼ ਬਿਨਾ ਮਾਇਆ ਨਹੀਂ ਛੱਡਦੀ, ਘਾਇਲ ਕਰ ਦਿੰਦੀ ਹੈ। ਮਾਇਆ ਘਾਇਲ ਕਰ ਦਿੰਦੀ ਹੈ, ਨਹੀਂ ਛੱਡਦੀ। ਜੇ ਸੰਤੋਖ ਦੀ ਸਨਾ ਪਾਈ ਹੋਵੇ ਉਹੀ ਡਿਫੈਂਸ ਕਰਦੀ ਹੈ, ਉਹੀ ਬਾਹਰ, ਉਹੀ ਲੋਹੇ ਦਾ ਆਲੇ ਦੁਆਲੇ ਕੋਟ ਹੈ। ਸਨਾਹੀਨ ਕੇ ਸਵਾਰ ਪਾਰੇ ਪੰਧਾਰੇ। ਪਰ ਜਿਹੜੇ ਸਨਾਹੀਨ ਸੀ ਸਵਾਰ ਵਿਦਵਾਨ ਸੀ, ਸਵਾਰ ਵਿਦਵਾਨ ਹੀ ਹੁੰਦਾ। ਬੰਦੇ ਘੋੜੇ ਦੜਾਉਣ ਵਾਲੇ ਬੇਸੰਤੋਖੇ ਪਾਰੇ ਪੰਧਾਰੇ, ਬਸ ਉਹਨਾਂ ਦੀ ਉਹ ਮਾਰੇ ਗਏ। ਉਹਨਾਂ ਕੋਲ ਕੁਛ ਨਹੀਂ ਰਿਹਾ ਕਹਿਣ ਨੂੰ, ਕਿਉਂਕਿ ਮੰਨ ਲਈ ਗੱਲ ਨਾ ਵੀ ਲੋਭ ਜਿਹੜਾ ਹੈਗਾ, ਲੋਭ ਭੈੜੀ ਚੀਜ਼। ਜਿਹੜੇ ਲੋਭ ਤੇ ਸਰਚ ਲੈ ਜੀ ਜ਼ਿੰਦਗੀ ਕਿਵੇਂ ਚੱਲੂ ਜੀ, ਐਂ ਕਿਵੇਂ ਚੱਲੂ। ਜਿਹੜੇ ਇਹੋ ਜਗ੍ਹਾ ਉਹ ਕਹਿੰਦੇ ਜਾਓ ਕਰ ਲੂ, ਤੁਸੀਂ ਜ਼ਿੰਦਗੀ ਚਲਾਓ ਆਪਣੀ ਸੰਸਾਰ ਦੀ, ਤੁਸੀਂ ਜਾਓ ਚਲਾਓ ਜਾ ਕੇ ਬਾਹਰ। ਧਰਮ ਦੇ ਖੇਤਰ ਨਾਲ ਦਖਲ ਦਿਓ, ਧਰਮ ਦੇ ਖੇਤਰ 'ਚ ਇਹੀ ਚੱਲੂ। ਤੂੰ ਆਪਣੀ ਸੰਸਾਰੀ ਖੇਤਰ ਚਲਾ, ਸੰਸਾਰੀ ਖੇਤਰ ਦੇ ਵਿੱਚ ਤੁਹਾਡੇ ਦੀ ਲੋੜ ਹੈ। ਸੰਸਾਰੀ ਖੇਤਰ ਦੀ ਗੱਲ ਹੈ, ਤੂੰ ਆਪਣੇ ਸੰਸਾਰੀ ਖੇਤਰ ਦੀ ਰਹਿ। ਅਸੀਂ ਸੰਸਾਰੀ ਖੇਤਰ ਦੀ ਗੱਲ ਹੀ ਨਹੀਂ ਕਰ ਰਹੇ, ਇਹ ਗੱਲ ਨਿਰਾਕਾਰੀ ਖੇਤਰ ਦੀ ਕਰ ਰਹੇ। ਤੂੰ ਆਪਣਾ ਜਾ ਇੱਧਰ, ਜਿਹੜੇ ਤੇਰੀ ਗੱਲ ਸੁਣਦੇ ਨੇ ਉਹਨੂੰ ਜਾ ਕੇ ਦੱਸ ਇਹ ਉਪਦੇਸ਼। ਇਹ ਗਲਤ ਜਗ੍ਹਾ ਆ ਗਿਆ ਤੂੰ, ਤੇਰੇ ਨਾਲ ਦਾ ਕੋਈ ਨਹੀਂ ਇੱਥੇ ਹੈਗਾ। ਉਹ ਉੱਠ ਕੇ ਚਲੇ ਗਏ, ਉੱਠ ਕੇ ਚਲੇ ਗਏ। ਕਹੂੰ ਖੋਲ ਖੰਡੇ ਬਹੇ ਜਾਤ ਮਾਰੇ। ਕਹੂੰ ਖੋਲ ਖੰਡੇ, ਵਿੱਚੇ ਖੰਡੇ ਨੇ ਵਿੱਚੇ ਖੋਲ ਨੇ, ਬਿਆਨ ਨੇ। ਮਾਰੇ ਹੋਏ ਬਹੇ ਜਾਤ ਮਾਰੇ, ਜਿਨ੍ਹਾਂ ਤੇ ਮਾਰ ਪਈ ਹੈ, ਜਿਨ੍ਹਾਂ ਤੇ ਮਾਰ ਪਈ ਹੈ। ਆ ਜਿਹੜੇ ਲੜੇ ਨੇ ਬਹੇ ਜਾਤ ਮਾਰੇ, ਮਨੋ ਏਕਟੇ ਉਹ ਰੁੜ ਗਏ। ਉਹ ਬਹੇ ਜਾਤ ਰੁੜ ਗਏ, ਉਹ ਨਾਲ ਹੋਲੇ, ਉਹ ਰੁੜ ਗਏ। ਉਹ ਪੱਥਰ ਨਹੀਂ ਬਣੇ, ਰੁੜ ਗਏ। ਉਹ ਨਾਲੇ ਹੋਲੇ ਛੱਡ ਗਏ। ਉਹ ਜਿਹੜਾ ਨੇ ਲੜਾਈ ਲੜੀ ਹੈ ਖੰਡੇ ਸੀ, ਪਹਿਲਾਂ ਖੰਡੇ ਹੀ ਸੀ, ਦੁਚਿੱਤੀ ਸੀ। ਪਹਿਲਾਂ ਧਾਰਾਂ ਦੋਏ ਸੀ, ਪਹਿਲਾਂ ਦੋਏ ਧਾਰਾਂ ਸੀ। ਹੁਣ ਮਿਆਨ ਜਿਹੜਾ ਸੀ ਸਰੀਰ ਹੋ ਗਿਆ, ਮਿਆਨ ਤਾਂ ਸਰੀਰ ਹੈ। ਖੰਡਾ ਵਿਚਲਾ ਜਿਹੜਾ ਸੀ ਉਹਦੀਆਂ ਵੀ ਦੋ ਧਾਰਾਂ ਸੀ, ਅੰਦਰ ਦੁਚਿੱਤੀ ਸੀ। ਉਹ ਜਿਹੜੇ ਛੱਡ ਗਏ ਆਪਣੇ, ਦੇਖੋ ਨਾ, ਜਿਹਨੇ ਨਹੀਂ ਛੱਡੇ ਉਹ ਵਿਦਵਾਨ ਭੱਜ ਗਏ। ਜਿਨ੍ਹਾਂ ਨੇ ਮੰਨ ਲਈ ਗੱਲ, ਲੋਭ ਤਿਆਗਤਾ ਵੀ ਸਰੀਰ ਬਾਹਰਲੇ ਦਾ ਸੰਬੰਧ ਹੈ ਲੋਭ ਨਾਲ, ਮਿਆਨ ਅੱਡ ਕਰਤਾ, ਖੰਡਾ ਅੱਡ ਕਰਤਾ ਉਹਨਾਂ ਨੇ। ਖੰਡੇ ਦੀ ਤਾਰ ਕੇ ਚੱਲੂ, ਉਹ ਕਹਿੰਦੇ ਦੋ ਚੱਲਦੀਆਂ ਹੀ ਨਹੀਂ। ਹੱਥ 'ਚ ਫੜ ਕੇ ਚਲਾ ਕੇ ਦਿਖਾਓ, ਦੋ ਧਾਰਾਂ ਇਕੱਠੀਆਂ ਇੱਕੋ ਹੀ ਚੱਲੂ। ਚਾਹੇ ਪੁੱਠੀ ਚਲਾ ਲਓ ਚਾਹੇ ਸਿੱਧੀ ਚਲਾ ਲਓ। ਜਿਹੜਾ ਤਾਂ ਮਨ ਮਰਜ਼ੀ ਕਰੂ ਉਹਦੇ ਮਨ ਮਰਜ਼ੀ ਵਾਲੀ ਧਾਰ ਮੂਹਰੇ ਉਹੀ ਚੱਲੂ, ਦੂਈ ਤਾਂ ਚੱਲਦੀ ਨਹੀਂ। ਜੇ ਗੁਰਕੇ ਪਾਣੇ ਚੱਲੂ ਉਹਦੇ ਗੁਰਕੇ ਪਾਣੇ, ਜਿਹੜੀ ਧਾਰ ਮੂਹਰੇ ਕਰੇਗਾ ਉਹੀ ਚੱਲੂ, ਦੂਈ ਕਿਵੇਂ ਚੱਲੂ? ਇਹ ਫਿਰ ਬਦਲਣੀ ਪਊਗੀ ਵਾਰ-ਵਾਰ। ਜਿਹੜੇ ਵਾਰ-ਵਾਰ ਬਦਲਦੇ ਨੇ ਲੋਕ, ਸਵੇਰੇ ਗੁਰਦੁਆਰੇ ਧਾਰ ਕਰ ਲੈਣੀ, ਦੂਜੇ ਦੇ ਬਦਲ ਲੈਣੀ। 1 ਘੰਟਾ ਤੁਸੀਂ ਧਾਰ ਸਿੱਧੀ ਕਰੀਏ, 23 ਘੰਟੇ ਪੁੱਠੀ ਕਰੀਏ, ਫਿਰ ਪੁੱਠਾ ਹੀ। ਇਹਦਾ ਮਤਲਬ 22 ਘੰਟੇ ਪਾਪ ਤੁਸੀਂ ਵੱਧ ਕਰ ਲਏ। 1 ਘੰਟੇ ਦਾ ਪੁੰਨ, 1 ਘੰਟੇ ਦੇ ਪਾਪ ਨਾਲ ਜੇ ਆਪਾਂ ਬੈਲੈਂਸ ਕਰੀਏ, 22 ਘੰਟੇ ਰੋਜ਼ ਪਾਪ ਕੀਤਾ ਤੇ ਰੋਜ਼ ਥੋੜਾ ਦਾ ਪਾਪ ਵੱਧਦਾ ਚਲੇ ਗਏ, ਪੰਡ ਭਾਰੀ ਹੁੰਦੀ ਚਲੀ ਜਾਊਗੀ। ਜਿਹੜੇ ਲੋਕ ਜਾਂਦੇ ਨੇ, ਮੰਨਦੇ ਨੇ, ਉਹਨਾਂ ਦੀ ਮੱਤ ਮਾਰੀ ਜਾਂਦੀ ਹੈ। ਜਿਹੜੇ ਨਹੀਂ ਜਾਂਦੇ ਉਹਨਾਂ ਦੀ ਮੱਤ ਨਹੀਂ ਮਾਰ ਹੁੰਦੀ। ਕਿਉਂ ਮੰਨਦੇ ਨੇ? ਅਸੀਂ ਜਾਂਦੇ ਹਾਂ ਵੀ ਅਸੀਂ ਕੋਈ ਲੈ ਕੇ ਆਉਂਦੇ ਹਾਂ,
ਉਹ ਪੱਥਰ ਹੋ ਗਏ ਬਿਲਕੁਲ, ਉਹ ਨਹੀਂ ਬਣ ਸਕਦੇ। ਪਰਮ ਹੋ ਗਿਆ ਉਹਨਾਂ ਨੂੰ। 22 ਘੰਟੇ ਰੋਜ਼ ਜੋ ਪਈ ਜਾਂਦੇ ਨਾ, ਤੇ 22 ਘੰਟੇ ਦੀ ਰੋਜ਼ ਪਈ ਜਾਂਦੀ ਹੈ, ਚੜੀ ਜਾਂਦੀ ਹੈ। ਜੇ ਪੁੰਨ 1 ਘੰਟੇ ਦਾ 23 ਘੰਟੇ ਦਾ ਪਾਪ ਕਿੱਥੇ ਜਾਊ? ਉਹ ਕਿੱਥੇ ਜਾਊ? ਜੇ ਪੁੰਨ ਹੈ ਤਾਂ ਪਾਪ ਹੈ। ਪੁੰਨ ਜ਼ਿਆਦਾ, ਪਾਪ ਜ਼ਿਆਦਾ ਜੇ ਪੁੰਨ ਮੰਨਦੇ ਹੋ। ਜੇ ਪੁੰਨ ਪਾਪ ਦੋਏ ਨਹੀਂ ਮੰਨਦੇ, ਫਿਰ ਗੁਰਦੁਆਰੇ ਜਾਣ ਤੇ ਕੀ ਕਰਨਾ ਤੁਸੀਂ? ਉੱਥੇ ਉਪਦੇਸ਼ ਨਹੀਂ ਹੋ ਸਕਦਾ। ਜਿੱਥੇ ਉਪਦੇਸ਼ ਨਹੀਂ, ਪੁੰਨ ਪਾਪ ਨਹੀਂ ਹੈ, ਉੱਥੇ ਜਾਣ ਦਾ ਫਾਇਦਾ ਨਹੀਂ ਹੈ, ਨੁਕਸਾਨ ਹੈ ਉੱਥੇ ਜਾਣ ਦਾ। ਜਿੱਥੇ ਪੁੰਨ ਪਾਪ ਦਾ ਉਪਦੇਸ਼ ਹੁੰਦਾ, ਉੱਥੇ ਸਿੱਖ ਨਹੀਂ ਜਾ ਸਕਦਾ। ਸਿੱਖ ਨਹੀਂ ਉੱਥੇ ਜਾ ਸਕਦਾ। ਜੇ ਸਿੱਖ ਜਾਂਦਾ, ਸਿੱਖੀ ਦੇ ਉਲਟ ਪ੍ਰਚਾਰ ਹੈ। ਜਿੱਥੇ ਪੁੰਨ ਪਾਪ ਦੀ ਅਰਦਾਸ ਹੁੰਦੀ ਹੈ, ਉਹ ਸਿੱਖੀ ਤੋਂ ਉਲਟਾ। ਉੱਥੇ ਸਿੱਖ ਜਾਂਦਾ ਤਾਂ ਪੱਥਰ ਬਣ ਜੂਗਾ, ਹਿੰਦੂ ਬਣ ਜੂ, ਹਿੰਦੂ ਬਣ ਕੇ ਆਊ। ਸਿੱਖ ਹੋ ਕੇ ਜਾਊ, ਹਿੰਦੂ ਬਣ ਕੇ ਆਊ ਉੱਥੋਂ। ਇਹੀ ਹੋ ਰਿਹਾ। ਜਾਂਦੇ ਨੇ ਸਿੱਖ ਬਣ ਕੇ ਆਉਂਦੇ ਨੇ ਹਿੰਦੂ ਗੁਰਦੁਆਰੇ 'ਚ। ਬੇਰੀ ਲੈ ਕੇ ਆਉਂਦੇ ਨੇ, ਬੇਰੀ ਦੀ ਪੂਜਾ ਉੱਥੋਂ। ਬੇਰੀ ਉੱਥੋਂ ਸਾਖੀ ਸੁਣਿਆ ਆਉਂਦੇ ਨੇ, ਅੱਖਾਂ ਠੀਕ ਹੋ ਗਈਆਂ ਕਿਸੇ ਦੀਆਂ, ਉਹ ਹੋ ਗਿਆ। ਕੀ ਲਾਇਆ? ਸਿੱਖੀ ਤੋਂ ਉਲਟ ਲਾਇਆ ਗੱਲ ਸਾਰੀ। ਉਹ ਸਾਖੀ ਸੁਣਿਆ, ਬਾਬੇ ਅਟਲ ਦੀ ਸੁਣਿਆ, ਉੱਥੇ ਉਹਦਾ ਆਪਣੇ ਸਿਰ ਥੇੜੀ ਤੇ ਦੇਖਿਆ ਰੱਖਿਆ ਹੋਇਆ ਬਾਬਾ ਦੀਪ ਸਿੰਘ ਦਾ, ਮੰਨ ਲਿਆ ਉਹਨਾਂ ਨੇ ਵੀ ਸੱਚ ਹੈ। ਹੋਰੇ ਕੁਝ ਬਣ ਕੇ ਆ ਗਏ ਤਾਂ ਉੱਥੋਂ, ਹੋਰੇ ਕੁਝ ਬਣ ਕੇ ਆ ਗਏ, ਹੋਰੇ ਕੁਝ ਪ੍ਰਭਾਵ ਲੈ ਕੇ ਆ ਗਏ। ਹਾਂ, ਮਨੋ ਏਕਟੇ ਕੱਚ ਮਚ ਹੈ ਪਧਾਰੇ। ਮਨੋ ਏਕਟੇ ਕੱਚ ਮਚ ਹੋਏ ਪਧਾਰੇ। ਖੰਡੇ ਆ ਜਿਹੜੇ ਖੋਲ ਨੇ, ਇਸ ਤਰੀਕੇ ਨਾਲ ਰੁੜ ਗਏ ਜਿਵੇਂ ਕੱਛ ਔਰ ਮੱਛ ਦੋਏ ਅਵਤਾਰ ਇਕੱਠੇ ਆ ਗਏ। ਕੱਛ ਅਵਤਾਰ ਵੀ ਹੈ, ਮੱਛ ਅਵਤਾਰ ਵੀ। ਕੱਛ ਅਵਤਾਰ ਕੀ ਹੈ? ਜਿਹੜਾ ਖੰਡਾ ਹੁੰਦਾ, ਵਜ਼ਨਦਾਰ ਹੁੰਦਾ, ਲੋਹਾ। ਰੁੜਦਾ ਤਾਂ ਲਿਖਿਆ ਉਹ ਪਾਣੀ ਨਾਲ, ਪਰ ਹੌਲੀ ਰੁੜਦਾ। ਲੋਹਾ ਰੁੜੂ ਜੇ ਪਾਣੀ ਨਾਲ, ਰੁੜਦਾ ਹੌਲੀ। ਕੱਛੂ ਦੀ ਚਾਲੇ ਚੱਲੂ ਉਹ ਪਾਣੀ 'ਚ। ਮੱਛ ਮਿਆਨ ਮੱਛ ਹੈ, ਮਿਆਨ ਤਾਂ ਮੱਛ ਹੈ। ਮਿਆਨ ਤਾਂ ਜਾਊਗਾ ਪਾਣੀ ਨੂੰ ਵੀ ਤੇਜ਼। ਜਿੰਨਾ ਤੇਜ਼ ਪਾਣੀ ਚੱਲਦਾ, ਉਦੋਂ ਵੀ ਤੇਜ਼ ਚਲਾ ਜਾਊ ਮੱਛੀ ਤਾਂ ਪਾਣੀ 'ਚ। ਮੱਛੀ ਦਾ ਜਦੋਂ ਪਾਣੀ ਆਉਂਦਾ, ਉਧਰ ਵੀ ਚਲੀ ਜਾਂਦੀ ਹੈ, ਇੰਨੀ ਤੇਜ਼ ਹੈ। ਤੇ ਕੱਛੂ ਜਾਊਗਾ ਹੌਲੀ ਹੌਲੀ। ਕੱਛ ਅਵਤਾਰ ਹੌਲੀ ਜਾਂਦਾ, ਆਹਿਸਤਾ। ਪਰ ਲਿਆਏ ਦੋਏ ਵੇਦ ਨੇ, ਜਾਂਦੇ ਦੋਏ ਗੁਰਮਤ ਦੇ ਵਿੱਚ ਨੇ ਰੁੜ ਕੇ। ਇਹੀ ਇੱਕ ਵਿਚਾਰਧਾਰਾ ਹੈ ਜਿਹੜੀ ਕੱਛ ਮੱਛ ਨੂੰ ਲਿਜਾ ਸਕਦੀ ਹੈ। ਕਿਉਂ? ਕੱਛ ਮੱਛ ਦੇ ਥੱਲਿਓਂ ਆਦਮੀ ਆਇਆ ਨਾ ਉੱਪਰ। ਕੱਛ ਮੱਛ ਤੋਂ ਹੀ ਆਦਮੀ ਆਇਆ ਨਾ ਬਣ ਕੇ। ਕੱਛ ਮੱਛ ਵਾਲੇ ਗੁਣ ਵੀ ਹੈ ਇਹ 'ਚ। ਕੱਛ ਵਾਲੇ ਗੁਣ ਵੀ ਨੇ, ਮੱਛ ਵਾਲੇ ਗੁਣ ਵੀ ਨੇ। ਜਿਹੜੇ ਆਦਮੀ ਹੌਲੀ ਚਾਲ ਚੱਲਦੇ ਨੇ ਗੁਰਮਤ ਵੱਲੋਂ, ਆ ਕੱਛੂ ਨੇ, ਕੱਛੂ ਦੀ ਚਾਲ ਜਾਂਦੇ ਨੇ। ਜਿਹੜੇ ਤੇਜ਼ੀ ਨਾਲ ਜਾਂਦੇ ਨੇ ਗੁਰਮਤ ਵੱਲੋਂ, ਉਹ ਮੱਛੀ ਦੀ ਚਾਲ ਜਾਂਦੇ ਨੇ। ਆਹ ਗੱਲ ਹੈ। ਜਿਨ੍ਹਾਂ ਦਾ ਮਨ ਤੇਜ਼ੀ ਨਾਲ ਜਾਂਦਾ ਗੁਰਮਤ ਵੱਲੋਂ, ਪਤਾ ਲੱਗਦੀ ਸਾਰੇ, ਉਹ ਮੱਛ ਅਵਤਾਰ ਨੇ, ਉਹ ਮੱਛ ਅਵਤਾਰ ਨੇ। ਜਿਹੜਾ ਹੌਲੀ ਹੌਲੀ ਜਾਂਦਾ, ਉਹ ਕੱਛੂ ਹੈ। ਜਿਹੜਾ ਹੌਲੀ ਚੱਲਦਾ, ਕੱਛੂ ਹੈ, ਕੱਛੂ ਦੀ ਰਫਤਾਰ ਜਾਂਦਾ। ਤਹਾਂ ਪਾਗ ਛੂਟੇ ਬਹੇ ਜਾਤ ਐਸੇ। ਦੋਏ ਕਿਸਮ ਦੇ। ਕੱਛੂ ਹੌਲੀ ਤੋਂ ਹੌਲੀ ਰਫਤਾਰ ਚੱਲਦਾ ਹੈ, ਮੱਛੀ ਤੇਜ਼ ਤੋਂ ਤੇਜ਼ ਰਫਤਾਰ ਚੱਲਦੀ ਹੈ। ਬਾਕੀ ਰਫਤਾਰਾਂ ਦੇ ਵਿੱਚ ਹੀ ਨੇ। ਬਾਕੀ ਤਾਂ ਸਾਰਿਆਂ ਦੀਆਂ ਰਫਤਾਰਾਂ ਵਿੱਚ ਆ ਗਈਆਂ। ਕੱਛ ਔਰ ਮੱਛ ਦੇ ਵਿਚਾਲੇ ਆ ਗਈਆਂ। ਬਾਕੀ ਤਹਾਂ ਪਾਗ ਛੂਟੇ ਬਹੇ ਜਾਤ ਐਸੇ। ਜਿਵੇਂ ਬਹੁਤ ਬੜੀ ਰੇਲ ਹੋਵੇ, ਕਿ ਇੰਜਣ ਪਿੱਛੇ ਹੈ, ਅੱਗੇ ਕੱਛੂ ਵਾਲਾ ਇੰਜਣ ਪਿੱਛੇ ਹੈ, ਮੱਛੀ ਵਾਲਾ ਮੂਹਰੇ ਹੈ, ਬਾਕੀ ਡੱਬੇ ਸਭ ਵਿਚਾਲੇ ਹੀ ਨੇ। ਬਾਕੀ ਡੱਬੇ ਸਭ ਵਿਚਾਲੇ ਨੇ। ਕੱਛੂ ਸਭ ਦੇ ਪਿੱਛੇ ਆ ਇੰਜਣ। ਕੱਛੂ ਦੀ ਚਾਲ ਚੱਲਣ ਵਾਲੇ ਉਹਦੇ ਮਗਰ, ਉਹਦੇ ਨਾਲ ਲੱਗੇ ਹਨ। ਮੱਛੀ ਦੀ ਚਾਲ ਵਾਲੇ ਉਹਦੇ ਮੂਹਰੇ ਨੇ। ਤਹਾਂ ਪਾਗ ਛੂਟੇ ਬਹੇ ਜਾਤ ਐਸੇ। ਆਹ ਪਾਗ ਛੂਟੇ ਬਹੇ ਜਾਤ ਐਸੇ। ਪੱਗਾਂ, ਮਹੋਂ ਪਾਗ, ਆ ਪੱਗਾਂ ਵੀ ਰੁੜ ਗਈਆਂ ਵਿੱਚ, ਜੇ ਝੰਡੇ ਹੀ ਨਹੀਂ ਰੁੜੇ। ਤਹਾਂ ਪਾਗ ਛੂਟੇ ਬਹੇ ਜਾਤ ਐਸੇ। ਦਸਮ ਪਾਤਸ਼ਾਹ ਨੇ ਜਿਹੜੇ ਦਮਾਲੇ ਦਿੱਤੇ ਨੇ, ਪੱਗਾਂ ਦਿੱਤੀਆਂ, ਨਾਲ ਬਹਾ ਵੀ ਦਿੱਤੀਆਂ। ਵੀ ਐਵੇਂ ਨਾ ਮੰਨ ਲਿਓ ਵੀ ਸਾਡੀਆਂ ਪੱਗਾਂ ਜੀ ਜਿਵੇਂ ਪੱਗ ਦੀ ਲੜਾਈ ਕਰੀ ਜਾਂਦੇ ਨੇ ਜਾ ਕੇ ਬਾਹਰ। ਇਹਨਾਂ ਦੀਆਂ ਨਹੀਂ ਹਨ ਪੱਗਾਂ, ਪਹਿਲਾਂ ਤੇ ਹੀ ਨੇ।
ਹਾਂ ਦੱਸਾਂ ਸਿੱਖਾਂ ਦੀ ਲੜਾਈ ਨਹੀਂ ਹੈ ਪੱਗ ਦੀ, ਬਕਵਾਸ ਕਰਦੇ ਨੇ, ਉਹਨੂੰ ਪਤਾ ਹੀ ਨਹੀਂ ਹੈਗਾ। ਪੱਗਾਂ ਵੀ ਰੋੜਤੀਆਂ, ਤਾਹ ਪਾਗ ਛੂਟੇ ਬਹੇ ਜਾਤ ਐਸੇ, ਪੱਗਾਂ ਸਿਰ ਤੋਂ ਲੈ ਕੇ ਐ ਰੁੜ ਗਈਆਂ। ਪੱਗ ਪਹਿਲਾਂ ਤੇ ਹੀ ਆ ਨਾ। ਮਨੋ ਤੀਸ ਬਿਆਮਾਨ ਕੇ ਨਾਗ ਜੈਸੇ, ਜਿਵੇਂ 30 ਹੱਥ ਦੇ ਸੱਪ ਹੁੰਦੇ ਨੇ ਨਾ, ਇਹ ਜਿਹੜੀਆਂ ਲੰਬੀਆਂ 15 ਗਜ ਦੀਆਂ ਪੱਗਾਂ ਬੰਨ੍ਹਦੇ ਨੇ ਰਾਜਸਥਾਨ ਵਾਲੇ। 15 ਗਜ ਤੇ ਬਿਨਾਂ ਤਲਵਾਰ ਲੱਗੂ, ਵੱਢ ਕੇ ਪਰੇ ਮਾਰੂ ਪੱਗ ਨੂੰ। ਜਿਹੜਾ ਹੱਥ ਹੁੰਦਾ ਦੋ ਹੱਥ ਦਾ ਗਜ ਹੁੰਦਾ। ਜੇ 15 ਗਜ ਦੀ ਪੱਗ ਬੰਨੀ ਨਹੀਂ, ਜਾਂਗੇ ਥੋੜੀ ਚਲਾ ਜਾਏਗਾ। ਫਿਰ ਉਹ ਡਿਫੈਂਸ ਦਾ ਸਰਦਾ ਨਹੀਂ ਡਿਫੈਂਸ ਕਰਦੀ 15 ਗਜ ਤੋਂ ਘੱਟ ਕੱਪੜਾ। ਨਾਲੇ ਖੱਦਰ ਦਾ ਕੱਪੜਾ ਹੁੰਦਾ ਸੀ, ਉਹ ਮਲ ਬੰਨੀ ਸੀ ਹੁੰਦੀ ਸੀ, ਮੋਟਾ ਕੱਪੜਾ ਹੁੰਦਾ ਸੀ। ਉਹੀ ਕਰੂ ਡਿਫੈਂਸ। ਕੋਈ ਠੋਸ ਚੀਜ਼ ਲੱਗ ਜਾਏ ਸਿਰ 'ਚ, ਭਾਰੀ ਹਥਿਆਰ ਲੱਗ ਜਾਏ, ਜੇ ਭਲਾ ਨਾ ਕਿਤੇ ਢਾਲ ਮੂਹਰੇ ਆਵੇ ਆ ਪਿੱਛੇ ਦੀ ਕੋਈ ਆ ਕੇ ਮਾਰ ਦੇਵੇ, ਫਿਰ ਡਿਫੈਂਸ ਕਿਵੇਂ ਹੋਊ? ਤੇ ਸਿਰ ਦਾ ਡਿਫੈਂਸ ਹੈ ਪੱਗ। ਹਾਂ, ਐ ਸਮਝ ਲਓ ਵੀ ਜਿਹੜੇ ਪੱਗਾਂ ਆ ਜਾਂਦੀਆਂ ਨੇ ਵਿੱਚ ਮਨੋ ਬਿਆ ਮਾਨ ਕੇ ਨਾਗ ਜੈਸੇ, ਜਿਵੇਂ 30 ਹੱਥ ਦਾ ਸੱਪ ਜਾਂਦਾ ਹੁੰਦਾ ਦਰਿਆ 'ਚ ਰੁੜਿਆ ਪਾਣੀ 'ਚ, ਐ ਜਾਂਦੀਆਂ ਨੇ। ਐਨੀ ਪੱਗਾਂ ਵੀ ਵਿੱਚੇ ਰੁੜ ਗਈਆਂ। ਬਾਣਾ ਨਹੀਂ ਛੱਡਿਆ ਕੋਈ, ਬਾਣੀ ਤੋਂ ਬਿਨਾਂ ਕੁਛ ਵੀ ਨਹੀਂ ਛੱਡਿਆ, ਭੇਖ ਨਹੀਂ ਛੱਡਿਆ ਕੋਈ, ਨਿਸ਼ਾਨ ਝੰਡਾ ਨਹੀਂ ਛੱਡਿਆ ਕੋਈ, ਕੁਛ ਨਹੀਂ ਹੈ। ਇਹ ਸਭ ਵਿਚਾਰਧਾਰਾ ਤੋਂ ਬਿਨਾਂ ਕੱਖ, ਸਾਰੇ ਬੇਅਰਥ ਨੇ ਚੀਜ਼ਾਂ। ਕਹਿਣ ਦਾ ਮਤਲਬ ਇਹ, ਪੱਗ ਦੀ ਲੜਾਈ ਜਿਹੜੇ ਲੜਦੇ ਨੇ ਗੁਰਮਤ ਤੋਂ ਖਾਲੀ ਨੇ। ਗੁਰਮਤ ਦੀ ਲੜਾਈ ਕਿਉਂ ਨਹੀਂ ਲੜਦੇ? ਗੁਰਬਾਣੀ ਦੀ ਲੜਾਈ ਕਿਉਂ ਨਹੀਂ ਲੜਦੇ? ਉਹ ਕੌਣ ਲੜੂਗਾ? ਉਹ ਲੜੂ। ਉਹ ਤੇ ਤਾਂ ਆਪ ਵੀ ਖਿਲਾਫ ਨੇ। ਸਿੱਖੀ ਦੀ ਲੜਾਈ ਦੇ ਖਿਲਾਫ ਨੇ। ਪੱਗ ਦੀ ਲੜਾਈ ਸਿੱਖੀ ਦੀ ਲੜਾਈ ਹੈ। ਆ ਪੱਗਾਂ ਦਾ ਰੁੜਦੀਆਂ ਜਾਂਦੀਆਂ ਨੇ, ਫਿਰ ਸਿੱਖੀ ਦੀ ਲੜਾਈ ਤਾਂ ਹੈ ਨਹੀਂ। ਫਿਰ ਇਹ ਵੀ ਸਿੱਖੀ ਤੋਂ ਵਿਰੁੱਧ ਹੈ ਕੋਈ ਲੜਾਈ। ਫਿਰ 10 ਗ੍ਰੰਥ ਨੂੰ ਕਿਉਂ ਮੰਨਦੇ ਹੋ ਤੁਸੀਂ? ਉਹਦੇ ਤਾਂ ਆ ਲਿਖਿਆ ਹੋਇਆ। ਪਰ ਕਿਸੇ ਨੂੰ ਕਿਹਨੂੰ ਪਤਾ? ਪਤਾ ਕਿਹਨੂੰ ਹੈ? ਨਾ ਇਹਨਾਂ ਨੂੰ ਆਦ ਦਾ ਪਤਾ, ਨਾ ਇਹਨਾਂ ਨੂੰ ਦਸਮ ਦਾ ਪਤਾ, ਨਾ ਇਹਨਾਂ ਨੂੰ ਸਿੱਖੀ ਦਾ ਪਤਾ, ਨਾਲੇ ਇਹਨਾਂ ਨੇ ਸਿੱਖੀ ਤੇ ਲੈਣਾ ਕੀ ਹੈ। ਗੁਰਬਾਣੀ ਨੇ ਇਹਨਾਂ ਨੂੰ ਸਿੱਖੀ ਤੋਂ ਕੋਰਿਆ, ਸਿੱਖ ਨਹੀਂ ਹੈਗੇ ਸਾਬਤ ਕਰ ਦੇਣਾ। ਜਿੰਨੀਆਂ ਸੰਸਥਾਵਾਂ ਰੌਲਾ ਪਾਉਂਦੇ ਨੇ ਸਿੱਖ ਜਥੇਬੰਦੀਆਂ, ਸਾਰੀਆਂ ਹੀ ਸਿੱਖੀ ਦੇ ਵਿਰੋਧੀ ਨੇ। ਸਿੱਖੀ ਦੀ ਜੜ ਨੂੰ ਪੱਟਣ ਵਾਲੀਆਂ ਇਹੀ ਨੇ ਸਾਰੀਆਂ ਸੰਸਥਾਵਾਂ, ਨੁਕਸਾਨ ਕਰਨ ਵਾਲੀਆਂ। ਮੂਰਖ ਸਾਰੇ ਇਕੱਠੇ ਹੋਏ ਨੇ, ਇੱਕ ਤੋਂ ਇੱਕ ਮੂਰਖ। ਸਿੱਖੀ ਦਾ ਵਿਰੋਧ ਇਹੀ ਕਰਨਗੇ, ਇਹ ਵਿਰੋਧ ਖੜੇ ਹੋਣਗੇ ਹੁਣ ਸਾਰੇ ਇਕੱਠੇ ਹੋ ਕੇ, ਕਿ ਇਹਨਾਂ ਦੀ ਜੜ ਜੋ ਪੱਟ ਕੇ ਪਰੇ ਮਾਰਨੀ ਹੈ। ਜਿਹਦੀ ਜੜ ਪੱਟੀ ਜਾਂਦੀ ਹੋਵੇ ਵਿਰੋਧ ਆ ਜਾਂਦਾ ਹੁੰਦਾ। ਜਿਵੇਂ ਅੱਗੇ ਮੁਸਲਮਾਨ ਹਿੰਦੂ ਇਕੱਠੇ ਹੋਏ ਸੀ ਨਾ, ਅਰਸਾਦ ਸੂਦ ਇਹ ਵੀ ਇਕੱਠੇ ਹੋਣਗੇ, ਤੇ ਨਹੀਂ ਚੁੱਪ ਕਰ ਜਾਣਗੇ ਜਾਂ ਇਕੱਠੇ ਹੋਣਗੇ, ਜਾਂ ਤਾਂ ਲੜਾਈ ਨੂੰ ਇਕੱਠੇ ਹੋ ਕੇ ਲੜਨਗੇ। ਇਕੱਠੇ ਹੋ ਕੇ ਗੁਰੂ ਨਾਲ ਕਿਵੇਂ ਲੜਨਗੇ? ਇੱਕ ਤਾਂ ਹੈ ਹੀ ਹੈ ਦੋ ਕੁ ਮੁੱਠੀਆਂ ਹੀ ਨੇ, ਜ਼ਿਆਦਾ ਦਾਣੇ ਨਹੀਂ ਹੈਗੇ। ਜੇ ਪੰਜਾਬ 'ਚ ਖਣਾ ਦੀਏ 2 ਮੁੱਠੀਆਂ, ਜਾਂ ਸਰੋਂ ਦੀਆਂ ਹੁਣ ਕਿੱਥੇ ਆਊ ਦਾਣਾ? 2 ਮੁੱਠੀਆਂ ਸਰੀਆਂ ਸਾਰੇ ਪੰਜਾਬ 'ਚ ਖਣਾ ਦੀਏ, ਇਹ ਤਾਂ ਕੁੱਲੀ ਦੁਨੀਆ 'ਚ 2 ਮੁੱਠੀਆਂ ਨੇ ਦਾਣੇ। 2 ਮੁੱਠੀਆਂ ਦਾਣਿਆਂ ਦੇ ਬਰਾਬਰ ਨੇ ਸਰੋਂ ਦੀਆਂ ਦੇ ਇਹ ਸਾਰੀ ਵਰਲਡ 'ਚ, ਜੋ ਮਰਜ਼ੀ ਕਹੀ ਜਾਣ। ਬਾਦਲ ਤਾਂ ਇਹਨਾਂ ਦੇ ਨਾਲ ਹੈ ਨਹੀਂ, ਹੋਰ ਬੰਦੇ ਨਹੀਂ ਹੈ, ਸਰਨਾ ਹੈ ਨਹੀਂ। ਜਿਹੜੇ ਬੰਦੇ ਸਿਆਸਤਦਾਨ ਨੇ ਉਹ ਤਾਂ ਇਹਨਾਂ ਨਾਲ ਕੋਈ ਵੀ ਨਹੀਂ ਹੈਗਾ। ਸਿਆਸਤਦਾਨਾਂ ਨੇ ਧਰਮ ਤੇ ਕੀ ਲੈਣਾ ਇਹਨਾਂ ਚੀਜ਼ਾਂ ਤੇ ਜਿਹੜੀਆਂ ਕਰਦੀਆਂ ਨੇ? ਉਹ ਤਾਂ ਉਹ ਮੌਕੇ ਦੇ ਮੌਕੇ ਕਰ ਲੈਂਦੇ ਹੁੰਦੇ ਨੇ, ਸਿਆਸੀ ਲਾਹਾ ਲੈਣ ਖਾਤਰ ਹਾਂ ਜਾਂ ਰਲਾ ਦਿੰਦੇ ਨੇ। ਅੰਦਰੋਂ ਨਹੀਂ ਹੁੰਦੇ ਉਹ ਇਹੋ ਜਿਹੇ, ਸਭ ਜਾਣਦੇ ਹੁੰਦੇ ਨੇ। ਉਹ ਵਰਤ ਲੈਂਦੇ ਨੇ ਇਹਨਾਂ ਨੂੰ। ਹਾਂ, ਇਹਨਾਂ ਨੂੰ ਵਰਤ ਲੈਂਦੇ ਨੇ, ਇਹਨਾਂ ਦੀਆਂ ਵੋਟਾਂ ਲੈਣ ਖਾਤਰ ਇਹਨਾਂ ਦੀ ਹਾਂ ਬੁਲਾ ਦਿੰਦੇ ਨੇ। ਝਖੀ ਝੁੰਡ ਜਾਮੇ ਕਟਾਰੀ ਬਿਰਾਜੈ। ਝਖੀ ਝੁੰਡ, ਝੱਖ ਮਾਰਨ ਵਾਲੇ। ਝਖੀ ਝੁੰਡ ਨੇ, ਝੱਖ ਮਾਰਨ ਵਾਲੇ ਨੇ। ਝਖੀ ਝੁੰਡ ਪੱਗਾਂ ਦੀ ਲੜਾਈ, ਕਟਾਰੀ ਬਿਰਾਜੈ। ਆ ਜੀ ਕਿਰਪਾਨ ਨਹੀਂ ਲਾਉਣ ਦੇਣੀ ਅਸੀਂ। ਕਟਾਰੀ ਕਿਰਪਾਨ ਨੂੰ ਕਹਿੰਦੇ ਨੇ। ਝਖੀ ਝੁੰਡ ਉਹ ਜੀ ਸਾਡਾ ਉਹ ਜਹਾਜ਼ 'ਚ ਅਸੀਂ ਨਹੀਂ ਕਿਰਪਾਨ ਲਾਉਣ ਦੇਣੀ, ਅਸੀਂ ਸਣੇ ਕਿਰਪਾਨ ਉੱਥੇ ਜਾਣਾ ਉੱਥੇ ਵੜਨਾ। ਇਹ ਝੱਖ ਮਾਰਨ ਵਾਲੇ ਝਖੀ ਝੁੰਡ,
ਝੁੰਡਾਂ ਦੇ ਝੁੰਡ ਰੁੜ ਗਏ, ਚੱਖੀਆਂ ਦੇ ਚੱਖ ਮਾਰਨ ਵਾਲਿਆਂ ਦੇ ਜਿਹੜੇ ਜੁੜੇ ਤੇ ਬਾਣੇ ਨਾਲ, ਪਾਰਲੀਮੈਂਟ 'ਚ ਵੀ ਲੈ ਕੇ ਜਾਣਗੇ। ਜਿਹੜੇ ਬਾਣੇ ਨਾਲ ਜੁੜੇ ਹੋਏ ਤੇ, ਬਾਣਾ ਚਾਹੇ ਕੋਈ ਵੀ ਹੋਵੇ, ਬਾਣਾ ਝੰਡਾ ਸੀ, ਬਾਣਾ ਰੰਗ ਸੀ, ਰੰਗ ਵੀ ਆਊਗਾ, ਬਾਣਾ ਪੱਗ ਸੀ, ਸਾਰੇ ਰੋਡ ਤੇ, ਸਾਰੇ ਰੋਡ ਤੇ ਅਸਤੋਜ ਨੇ ਰੁੜੇ ਹੋਏ ਨੇ ਸਾਰੇ। ਇਹ ਕੋਈ ਮਤਲਬ ਨਹੀਂ, ਗੁਰਬਾਣੀ ਕਿਸੇ ਚੀਜ਼ ਨੂੰ ਨਹੀਂ ਮੰਨਦੀ ਬਿਨਾਂ ਵਿਚਾਰਧਾਰਾ ਤੇ। ਜੇ ਮਨ ਨਹੀਂ ਬਦਲਿਆ ਤਾਂ ਕੁਝ ਵੀ ਨਹੀਂ ਬਦਲਿਆ ਤੁਹਾਡਾ, ਸਭ ਗੱਲਾਂ ਫਜ਼ੂਲ ਨੇ ਇਹ। ਫੌਜੀ ਵਰਦੀ ਨਾਲ ਨਹੀਂ ਬਣਦਾ ਹੈ, ਵਰਦੀ ਨਾਲ ਫੌਜੀ ਇੰਡੀਆ ਦਾ ਫੌਜੀ ਨਹੀਂ ਬਣਦਾ, ਫੌਜੀ ਵਫਾਦਾਰੀ ਨਾਲ ਫੌਜੀ ਬਣਦਾ। ਜੇ ਵਫਾਦਾਰੀ ਨਹੀਂ ਹੈ ਤੁਹਾਡੀ ਸਿੱਖੀ ਨਾਲ, ਤੁਸੀਂ ਸਿੱਖ ਕਾਹਦੇ ਹੋ? ਵਫਾਦਾਰ ਹੈ ਗੁਰੂ ਦਾ ਜਿਹੜਾ, ਉਹ ਸਿੱਖ ਹੈ। ਜੇ ਵਫਾਦਾਰੀ ਨਹੀਂ ਹੈ ਗੁਰਮਤਿ ਨਾਲ, ਸਿੱਖੀ ਨਾਲ, ਉਹ ਗੁਰੂ ਦਾ ਸਿੱਖ ਨਹੀਂ ਹੈ। ਜੇ ਇੰਡੀਆ ਦਾ ਵਫਾਦਾਰ ਨਹੀਂ ਹੈ ਫੌਜੀ, ਇੰਡੀਆ ਦਾ ਫੌਜੀ ਕਾਹਦਾ ਹੋਵੇ? ਸੈਨਿਕ ਕਾਹਦਾ ਹੋ? ਵਫਾਦਾਰੀ ਆਪਣੇ ਦੇਸ਼ ਨਾਲ ਹੋਊਗੀ। ਜੇ ਵਫਾਦਾਰ ਨਹੀਂ, ਫਿਰ ਨਹੀਂ ਉਹਨੂੰ ਮੰਨਿਆ ਜਾ ਸਕਦਾ। ਵਫਾਦਾਰੀ ਹਰ ਸ਼ਹਿਰੀ ਨੂੰ ਹੋਣਾ ਚਾਹੀਦਾ। ਇੰਡੀਆ ਦਾ ਇੰਡੀਆ ਨਾਲ, ਪਾਕਿਸਤਾਨ ਦਾ ਪਾਕਿਸਤਾਨ ਦਾ ਵਫਾਦਾਰ। ਵਫਾਦਾਰੀ ਹੈ ਜਿਹੜੀ, ਇਹ ਜ਼ਰੂਰੀ ਚੀਜ਼ ਹੈ। ਸੰਸਾਰੀ ਲੈਵਲ ਤੇ ਵੀ ਵਫਾਦਾਰੀ ਜ਼ਰੂਰੀ ਹੈ, ਨਿਰਾਕਾਰੀ ਲੈਵਲ ਤੇ ਵੀ ਵਫਾਦਾਰੀ ਜ਼ਰੂਰੀ ਹੈ। ਜਿਸਦਾ ਦਿੱਤਾ ਖਾਵਣਾ ਜਿਸ ਕਹੀਏ ਸ਼ਾਬਾਸ਼, ਵਫਾਦਾਰੀ ਹੈ। ਜੇ ਜਿਹਦਾ ਖਾਣੇ ਆ ਉਹਦਾ ਜਸ ਨਹੀਂ ਕਰਦੇ, ਫਿਰ ਤਾਂ ਅਸੀਂ ਗੱਦਾਰ ਹਾਂ। ਵਫਾਦਾਰੀ ਆਪਣੀ ਆਪਣੀ ਹੋਊਗੀ। ਪਰਮੇਸ਼ਰ ਦਾ ਦਿੱਤਾ ਖਾਣੇ, ਪਰਮੇਸ਼ਰ ਨਾਲ ਜੇ ਵਫਾਦਾਰੀ ਨਹੀਂ, ਇਹ ਕਿਸੇ ਆਦਮੀ ਦੀ ਮਤ ਨਹੀਂ, ਪਰਮੇਸ਼ਰ ਦੀ ਮਤ ਹੈ। ਸਾਰੇ ਉਹਦਾ ਦਿੱਤਾ ਖਾਂਦੇ ਨੇ। ਜੇ ਇਸ ਮਤ ਨਾਲ ਜਿਹਦੀ ਵਫਾਦਾਰੀ ਨਹੀਂ, ਉਹਦੀ ਪਰਮੇਸ਼ਰ ਨਾਲ ਵਫਾਦਾਰੀ ਨਹੀਂ ਹੈ। ਇਹ ਮਤ ਕਿਸੇ ਆਦਮੀ ਦੀ ਨਹੀਂ ਹੈ, ਪਰਮੇਸ਼ਰ ਦੀ ਮਤ ਹੈ, ਸੱਚੀ ਮਤ ਹੈ। ਜਿਹਦੀ ਇਹਦੇ ਨਾਲ ਵਫਾਦਾਰੀ ਨਹੀਂ, ਉਹਦੀ ਆਪਣੇ ਆਪ ਨਾਲ ਵੀ ਵਫਾਦਾਰੀ ਨਹੀਂ। ਹੋਰ ਛੱਡੋ, ਤੁਸੀਂ ਆਪਣੇ ਆਪ ਨਾਲੇ ਵਫਾਦਾਰੀ ਨਹੀਂ ਉਹਦੀ। ਉਹ ਆਤਮ ਘਾਤੀ ਹੈ, ਆਤਮ ਘਾਤੀ। ਉਹ ਪੈਰ ਕੁਹਾੜਾ ਮਾਰਨ ਵਾਲਾ ਹੀ ਹੈ, ਗਾਫਲ, ਹੋਰ ਕੁਝ ਨਹੀਂ ਹੈ। ਆਪਣੀ ਪੈਰ ਕੁਹਾੜਾ ਮਾਰਦਾ, ਉਹੀ ਪੈਰ ਕੁਹਾੜਾ ਮਾਰ ਰਿਹਾ ਆਪਣੇ। ਕਿਸੇ ਦਾ ਕੁਝ ਨਹੀਂ ਵਿਗਾੜ ਰਿਹਾ। ਕਿਸੇ ਦਾ ਕਿਵੇਂ ਵਿਗਾੜ ਦੂ ਕੋਈ ਕੁਛ? ਵਿਗਾੜਨਾ ਸੰਭਾਲਣਾ ਪਰਮੇਸ਼ਰ ਦੇ ਹੱਥ ਹੈ। ਹਾਂਜੀ। ਝਖੀ ਝੁੰਡ ਜਾਮੇ ਕਟਾਰੀ ਬਿਰਾਜੈ। ਕਟਾਰੀ ਆ ਜਿਹੜੇ ਪਾਉਣ ਵਾਲੇ ਤੇ ਨਾ, ਮੁਸਲਮਾਨਾਂ ਤੇ ਕਟਾਰੀ ਲਾਣੇ। ਪਹਿਲਾਂ ਝੁੰਡਾਂ ਦੇ ਝੁੰਡ ਚੱਖ ਮਾਰਨ ਵਾਲੇ ਹੁੰਦੇ ਨੇ ਕਟਾਰੀ ਵਾਲੇ। ਇਹ ਵੀ ਇਹ ਚੁੱਪ ਕਰਕੇ ਬੈਠੇ ਨੇ, ਬਿਰਾਜਾਂ ਚੁੱਪ ਕਰਕੇ ਬਹਿ ਗਏ। ਲਗੇ ਖਿੰਗ ਬਾਂਕੇ ਬਲੀ ਨਾਗ ਲਾਜੈ। ਕਟਾਰੀ ਵਾਲੇ ਚੁੱਪ ਕਰਕੇ, ਕੋਈ ਮੁਸਲਮਾਨਾਂ ਨੂੰ ਮੂਰਤੀ ਪੂਜਕ ਨਹੀਂ ਹੈ। ਉਹ ਵਫਾਦਾਰੀ ਦੀ ਪੜ੍ਹਾਈ ਉਹਨਾਂ ਨੂੰ ਪੜ੍ਹਾਈ ਜਾਂਦੀ ਹੈ। ਉਹ ਬਿਰਾਜੇ ਚੁੱਪ ਕਰਕੇ। ਉਹਨਾਂ ਨੇ ਕਿਹਾ ਵੀ ਗੱਲਾਂ ਤਾਂ ਠੀਕ ਨੇ, ਸਾਡੇ ਨਾ ਬਿਰਾਜੇ ਨੇ, ਬਹਿ ਨਹੀਂ, ਚੁੱਪ ਕਰਾਤੇ, ਬੋਲਤੀ ਬੰਦ ਕਰਤੀ। ਇਹਨਾਂ ਨੂੰ ਚੁੱਪ ਕਰਨਾ ਪਊਗਾ ਜਿਹੜੇ ਸਿੱਖੀ ਦੀ ਲੜਾਈ ਲੜਦੇ ਨੇ। ਵਿਰੋਧ ਚ ਕਿਵੇਂ ਖੜੇ ਹੋ ਜਾਣਗੇ? ਵਿਰੋਧ ਚ ਖੜੇ ਹੋ ਕੇ ਜਦੋਂ ਲੋਕ ਕਹਿੰਦੇ ਤੁਸੀਂ ਤਾਂ ਸਿੱਖੇ ਨਹੀਂ। ਸਿੱਖੀ ਦੀ ਲੜਾਈ ਜਾਂ ਲੜਨ, ਸਿੱਖੀ ਦੀ ਲੜਾਈ ਕੀ ਹੈ ਇਹ ਨਹੀਂ ਲੋਕਾਂ ਨੂੰ ਪਤਾ। ਲੜਾਈ ਦੱਸਦੀ ਵੀ ਲੜਾਈ ਆ, ਜਾਂ ਤਾਂ ਕਹਿਣ ਲੜਾਈ ਹੈ ਨਹੀਂ, ਸਾਬਤ ਕਰਨ ਇਹ, ਜਾਂ ਫਿਰ ਚੁੱਪ ਕਰਨਗੇ। ਹੋਰ ਕੀ ਕਰਨਗੇ? ਇਹ ਬੋਲਤੀ ਬੰਦ ਹੋ ਜੂਗੀ। ਨਾਲੇ ਪੁਲਿਸ ਵਾਲੇ ਯਾਰ ਹੋਰ ਲੀਡਰ ਕਹਿਣ ਲੱਗ ਜਾਣਗੇ ਵੀ ਲੜਾਈ ਆ ਹੈ, ਤਾਂ ਹੀ ਬੰਦ ਹੋ ਜਾਣਗੇ। ਹੁਣ ਅਡਵਾਣੀ ਵਰਗੇ ਖੁਦ ਮੰਨਣ ਲੱਗ ਗਏ ਵੀ ਦੁਨੀਆ ਨਾ ਧਰਮ ਦੇ ਨਾਂ ਤੇ ਵੋਟ ਦਿੰਦੀ ਹੈ, ਨਾ ਮੰਦਰ ਦੇ ਨਾਂ ਤੇ ਵੋਟ ਦਿੰਦੀ ਹੈ, ਵਿਕਾਸ ਦੇ ਨਾਂ ਤੇ ਵੋਟ ਦਿੰਦੀ ਹੈ। ਉਹ ਗੱਲ ਲੱਗ ਗਿਆ ਵੀ ਉਹਨੇ ਕਹਿ ਦਿੱਤਾ ਵੀ ਇਹ ਮੰਦਰ ਦੇ ਨਾਂ ਤੇ ਵੋਟਾਂ ਨਹੀਂ ਮਿਲਣੀਆਂ। ਵੋਟਾਂ ਅਸੀਂ ਮੰਦਰ ਦਾ ਮੁੱਦਾ ਛੱਡਤਾ ਤਾਂ ਨਹੀਂ ਵੋਟਾਂ ਮਿਲੀਆਂ। ਲੋਕਾਂ ਦੀ ਮਨ ਸਕਦਾ ਹੋਰ ਹੈ, ਥੋੜਿਆਂ ਦੀ। ਉਹ ਕਿਉਂ ਕਹੇ ਉਹਦੇ ਵਿੱਚ ਹੀ ਰਾਜ ਹੈ। ਉਹ ਕੀ ਕਹਿੰਦਾ ਨਹੀਂ ਕਹਿੰਦਾ, ਲੀਡਰ ਕਹਿੰਦੇ ਹੁੰਦੇ ਨੇ ਕੁਛ, ਮਤਲਬ ਆਹੋ ਇਹ ਕੁਛ, ਉਹ ਬਹੁਤ ਗਾਹਾਂ ਹੈ। ਲਖੇ ਖਿੰਗ ਬਾਂਕੇ ਬਲੀ ਨਾਗ ਲਾਜੈ। ਲਖਾ ਹੈ ਖਿੰਗ ਬਾਂਕੇ, ਖਿੰਗ ਬੰਕੇ। ਦੇਖੋ ਖਿੰਗ ਦੇ ਨਾਲ ਬੰਕੇ ਆਇਆ। ਹੁਣ ਖਿੰਗ ਘੋੜਾ ਹੀ ਹੁੰਦਾ। ਜਿਹੜੇ ਵਿਦਵਾਨ ਪੋਜ਼ਿਟਿਵ ਨੇ
ਇਹੀ ਖਿੰਗ ਬੰਕੇ ਨੇ ਜਿਹੜੇ ਬੈਠੇ ਨੇ, ਲਖੇ ਖਿੰਗ ਬਾਂਕੇ। ਇਹ ਜਿਹੜੇ ਕਟਾਰੀ ਵਾਲੇ ਨੇ ਬੰਕੇ ਖਿੰਗ ਨੇ, ਇਹਨਾਂ ਦੇ ਅੰਦਰ ਚਾਨਣ ਸੀ, ਇਹ ਅੰਦਰ ਰੋਸ਼ਨੀ ਵਾਲੇ ਸੀ, ਇਹ ਰੋਸ਼ਨੀ ਨੂੰ ਪਸੰਦ ਕਰਦੇ ਨੇ। ਇਹ ਬੰਕੇ ਉਹ ਆ ਜਿਹੜਾ ਸਰੀਰ ਨਾਲ ਨਹੀਂ ਜੁੜਿਆ ਹੋਇਆ, ਬਾਹਰਲੇ ਨਾਲ, ਉਹ ਬੰਕਾ। ਨਾਗ ਲਾਜੈ ਬੰਕਾ ਘੋੜਾ ਜਿਹਨੂੰ ਕਿਹਾ ਨਾ, ਬਾਂਕਾ ਘੋੜਾ, ਬਾਂਕੇ ਦਾ ਸਵਾਰ। ਹਾਂ, ਬੰਕੇ ਦਾ ਸਵਾਰ, ਉਹ ਮਨ ਦਾ ਸਵਾਰ ਹੈ, ਉਹ ਆਪਣੇ ਦਾ ਮਨ ਤੇ ਕਾਬੂ ਹੈ ਉਹਦਾ, ਜਿਹਦਾ ਮਨ ਤੇ ਕਾਬੂ ਹੈ ਨਾ, ਉਹ ਬੰਕੇ ਦਾ ਸਵਾਰ ਹੈ। ਜਿਹਦਾ ਮਨ ਉਹਦੇ ਕਾਬੂ 'ਚ ਹੈ, ਲਗਾਮ ਪਾਈ ਹੋਈ ਹੈ, ਜਿੱਧਰੋਂ ਮਰਜ਼ੀ ਲੈ ਜਾਵੇ, ਉਹ ਬੰਕੇ ਦਾ ਸਵਾਰ ਹੈ। ਕਮਰ ਕਟਾਰਾ ਬਾਂਕੜਾ ਬੰਕੇ का सवार कटारी है ना, हाँ, कमर कटारा आदि बनी है, आदि बनी है। कमर कटारा बांकड़ा बांके का सवारे वो ने चुप कर गए, ज्ञान का पता नहीं सी, कटारियां वाले चुप कर गए और बांके का सवार मन दे उत्ते काबू कर लिया। नाग लाजै ਜਿਹੜੇ ਨਾਗ ਨੇ ਨਾ, शिव जी ਦੇ ਚੇਲੇ ਆ ਜਿਹੜੇ ਇੱਥੇ ਸੱਪ ਜਿਹਾ ਪਾਈ ਫਿਰਦੇ ਹੁੰਦੇ ਨੇ ਜੰਗਮ, ਉਹ ਸ਼ਰਮਸ਼ਾਰ ਹੋ ਗਏ ਦੇਖ ਕੇ, ਉਹਨਾਂ ਤੋਂ ਗਾਂਹ ਲੰਘੇ। शिव जी ਦੇ ਚੇਲਿਆਂ ਤੋਂ ਇਹ ਜਿਹੜੇ ਬੇਦੀ ਹੈ, ਜਿਹੜੇ ਇਹਨਾਂ ਦੇ ਹੈਗੇ ਨੇ ਉਦਾਸੀ ਨਿਰਮਲੇ, ਇਹ ਨਾਗ ਨੇ, ਇਹ ਨਾਗ ਨੇ ਆਵੜੇ ਸੀ ਸਿੱਖੀ ਚ, ਆਸਤੀਨ ਦੇ ਨਾਗ ਨੇ, ਜਿਹਨੂੰ ਬੁੱਕਲ ਦਾ ਸੱਪ ਕਹਿੰਦੇ ਆ, ਮਾਰ ਕੇ ਡੰਗ, ਜ਼ਹਿਰ ਚੜ੍ਹਤੀ, ਡੰਗ ਮਾਰਿਆ, ਜ਼ਹਿਰ ਚੜ੍ਹਤੀ ਮਾਇਆ ਦੀ, ਸਾਰੇ ਮਾਇਆਧਾਰੀ ਬਣਾਤੇ ਸਿੱਖ। ਸੱਪ ਆਵੜੇ ਸੀ ਪਿੱਛੇ, ਸੱਪ ਜੇ ਬੁੱਕਲ 'ਚ ਰਹੂਗਾ ਤਾਂ ਡੰਗ ਜਦ ਮਰਜੀ ਮਾਰ ਦੇਵੇ। ਇਹ ਸ਼ਰਮਸਾਰ ਹੋਣਗੇ ਹੁਣ, ਇਹ ਬੁੱਕਲ ਦੇ ਸੱਪ ਜਿਹੜੇ ਨੇ ਨਾ, ਨਵੰਬਰ ਦੇ ਵਿੱਚ ਬੇਦੀ ਨੇ ਇੱਥੇ ਕਿਹਾ ਸੀ, ਫਤਿਹਗੜ੍ਹ ਜਦ ਆਇਆ, ਉਹ ਕਿਹੜੀ ਗੱਲ ਤੇ ਬੋਲਿਆ ਜਦੋਂ ਗੁਰਪ੍ਰੀਤ ਨੇ ਕਰਾਇਆ ਸੈਮੀਨਾਰ 14 ਨਵੰਬਰ ਨੂੰ, 3 ਸਾਲ ਹੋਣ ਵਾਲੇ ਨੇ, ਟੋਡਰਮਲ ਹਾਲ ਚ ਫਤਿਹਗੜ੍ਹ ਸਾਹਿਬ। ਹਾਂ, ਉਹ ਕਹਿੰਦਾ ਆਪਣਿਆਂ ਨੂੰ ਵਿਸਾਰਿਆ ਹੋਇਆ ਤੁਸੀਂ, ਨਿਰਮਲੇ ਸਾਡੇ ਆਪਣੇ ਹੀ ਨੇ, ਉਦਾਸੀ ਆਪਣੇ ਨੇ, ਫਲਾਨੇ ਆਪਣੇ ਨੇ, ਸੱਪਾਂ ਨੂੰ ਫੇਰ ਵਾੜਨਾ ਚਾਹੁੰਦੇ ਅੰਦਰ। ਇਹ ਲੈ ਕੇ ਕੌਣ ਆਏ ਸੀ? ਪਿੰਡਰਾਂ ਵਾਲੇ, ਇਹਨਾਂ ਨਾਲੇ ਨੇ, ਉਹ ਪਿੰਡਰਾਂ ਵਾਲਿਆਂ ਨਾਲ ਅਟੈਚ, ਸਰਬਜੋਤ ਬੇਦੀ ਉਹਨਾਂ ਦੇ ਨਾਲੇ ਆ, ਉਹਨਾਂ ਦੇ ਨਾਲੇ ਹੈ, ਟਕਸਾਲ ਦੇ ਨਾਲੇ ਆ। ਜਿੰਨਾ ਇਹਨਾਂ ਨੇ ਨੁਕਸਾਨ ਕੀਤਾ ਹੈ ਸਿੱਖੀ ਦਾ, ਘਾਣ ਕੀਤਾ, ਹੋਰ ਕੌਣ ਕਰੂਗਾ? ਉਹਨਾਂ ਨੇ ਦੋਏ ਪਾਸੇ ਦਾ ਕਰਤਾ। ਹੁਣ ਕੋਈ ਨਹੀਂ ਪੁੱਛਦਾ ਇਹਨਾਂ ਨੂੰ, ਪੁੱਛੂ ਕੌਣ? ਨਿਰਮਲਿਆਂ ਨੂੰ ਵਿਦਵਾਨਾਂ ਨੇ ਚੈੱਕ ਤਾਂ ਜ਼ਰੂਰ ਕੀਤਾ, ਪਰ ਉਹਨਾਂ ਨੂੰ ਵਿਦਵਾਨਾਂ ਨੂੰ ਇੰਨੀ ਗਹਿਰਾਈ ਤੇ ਨਹੀਂ ਸੀ ਪਤਾ ਗੱਲ ਦਾ। ਹੁਣ ਯੂਨੀਵਰਸਿਟੀ ਵਾਲਿਆਂ ਨੂੰ ਪਤਾ ਲੱਗ ਗਿਆ, ਉਹ ਤਾਂ ਪਾ ਦੇਣਗੇ ਇਹਨਾਂ ਦਾ ਗਾਹ ਯੂਨੀਵਰਸਿਟੀ ਵਾਲੇ। ਤਾਂ ਯੂਨੀਵਰਸਿਟੀਆਂ ਵਾਲੇ ਵਿਦਵਾਨ ਬਹੁਤ ਤੇਜ਼ ਨੇ ਔਰ ਬਹੁਤ ਇਮਾਨਦਾਰ ਨੇ, ਪਤਾ ਨਹੀਂ ਸੀ ਕਈ ਗੱਲਾਂ ਦਾ ਉਹਨਾਂ ਨੂੰ, ਉਹ ਤਾਂ ਗਾਹ ਪਾ ਦੇਣਗੇ ਸਾਰੀ ਵਰਲਡ 'ਚ ਇਹਨਾਂ ਦਾ। ਥੱਲੇ ਬਹੁਤ ਕੁਝ ਹੈ, ਲੜਨ ਵਾਲੀ ਫੌਜ ਬਥੇਰੀ ਹੈ, ਪਰ ਦੱਸਣ ਵਾਲੀ ਗੱਲ ਸੀ ਦੱਸਤੀ, ਲੜਨ ਵਾਲੇ ਬਥੇਰੇ ਨੇ, ਐਸੀ ਗੱਲ ਕੋਈ ਨਹੀਂ ਹੈ। ਸਮਝਦਾਰ ਨਹੀਂ ਸਿੱਖਾਂ 'ਚ, ਬੜੇ ਸਮਝਦਾਰ ਨੇ, ਸਾਰੇ ਸਿਆਣੇ ਨੇ, ਬੜੇ ਬੜੇ ਅਫਸਰ ਨੇ ਔਰ ਇਮਾਨਦਾਰ ਨੇ, ਸਿੱਖੀ ਪ੍ਰਤੀ ਇਮਾਨਦਾਰ ਵੀ ਨੇ, ਬਥੇਰੇ ਨੇ। ਹਾਂਜੀ, ਕਹੂੰ ਚਰਮ ਕਾਟੇ ਗਿਰੇ ਸ਼ਸਤਰ ਅਸਤਰ ਹੈ, ਕਹੂੰ ਚਰਮ ਕਾਟੇ, ਜਿਨ੍ਹਾਂ ਦੇ ਚਰਮ ਕੱਟੇ ਗਏ ਨੇ, ਸਰੀਰ ਬਾਹਰਲਾ ਅੱਡ ਹੋ ਗਿਆ, ਆਤਮਾ ਨਾ ਉਹੀ ਤਾਂ ਬੰਕੇ ਨੇ, ਬਾਂਕੇ ਦਾ ਨਹੀਂ, ਬਾਂਕੇ ਚਰਮ ਕੱਟੇ ਗਏ, ਬਾਹਰਲਾ ਸਰੀਰ ਅੱਡ ਕਰਕੇ ਦਿਖਾਤਾ। ਚਰਮ ਕਾਟੇ, ਜਿਹੜਾ ਚਰਮ ਚਮਚ ਹੱਡ ਲਪੇਟੇ ਨੇ ਨਾ, ਚਮੜਾ ਹੀ ਦਿੰਦਾ, ਹੱਡ ਤਾਂ ਦਿੰਦੇ ਨਹੀਂ, ਇਹ ਚਮੜਾ ਅੱਡ ਹੋ ਗਿਆ। ਆਪਾਂ ਕਹਿੰਦੇ ਚਮੜੀ ਬਚਾਈ ਆ, ਖੱਲ ਬਚਾਈ ਆ, ਖੱਲ ਬਚਾਈ ਆ, ਸਰੀਰ ਇਹ ਬਚਾਇਆ ਸਾਰਾ ਹੀ, ਹੋਰ ਚਮੜੀ ਕੀ ਬਚਾਈ ਆ? ਕੱਟ ਦਿੱਤਾ ਜਿਨ੍ਹਾਂ ਦਾ ਅੱਡ ਹੋ ਗਿਆ, ਬਾਹਰਲਾ ਸਰੀਰ ਵੱਖਰਾ ਹੋ ਗਿਆ, ਆਤਮਾ ਵੱਖਰੀ ਕਰਕੇ ਦਿਖਾਤੀ। ਤਨ ਚੋਂ ਮਨ ਜਿਨ੍ਹਾਂ ਦਾ ਅੱਡ ਹੋ ਗਿਆ, ਦਰਸ਼ਨ ਹੋ ਗਿਆ, ਆਤਮਦਰਸ਼ੀ ਹੋ ਗਏ ਜਿਹੜੇ, ਗਿਰੇ ਸ਼ਸਤਰ ਅਸਤਰ ਹੈ, ਬਸ ਉਹਨਾਂ ਨੇ ਸ਼ਾਸਤਰ ਅਸਤਰ ਜਿਹੜੇ ਪਹਿਲੇ ਸੀ ਉਹ ਛੱਡ ਦਿੱਤੇ। ਜਿਹੜੀ ਪਹਿਲੀ ਲੜਾਈ ਲੜਦੇ ਤੇ ਅਸਤਰ ਸ਼ਾਸਤਰ ਉਹ ਪਰੇ ਮਾਰੇ ਚੱਕ ਕੇ, ਕਹਿੰਦੇ ਅਸੀਂ ਗਲਤ ਲੜਾਈ ਲੜਦੇ ਸੀ, ਇਹ ਲੜਾਈ ਧਰਮ ਦੀ ਨਹੀਂ ਹੈ।
ਅਸੀਂ ਧਰਮ ਦੀ ਲੜਾਈ ਮੰਨ ਕੇ ਲੜਾਈ ਲੜਦੇ ਸੀ। ਕਿਹਨੇ ਛੱਡਤੀ? ਬਲੀ ਕੰਧਾਰੀ ਨੇ ਛੱਡਤੀ, ਬੁੱਢਣ ਸ਼ਾਹ ਨੇ ਛੱਡਤੀ, ਬੁੱਧੂ ਸ਼ਾਹ ਨੇ ਛੱਡਤੀ, ਸਾਈਂ ਮੀਆਂ ਮੀਰ ਨੇ ਛੱਡਤੀ। ਇਹੀ ਤਾਂ ਬਲੀ ਸੀਗੇ, ਇਹੀ ਤਾਂ ਯੋਧੇ ਸੀ। ਜਿਹੜੇ ਕੱਟੜਵਾਦੀ ਸੀ ਉਹ ਖਿਲਾਫ ਸੀ, ਜਿਹੜੇ ਬਲੀ ਸੀ, ਜਿਹੜੇ ਆਤਮਦਰਸ਼ੀ ਸੀ, ਅਸਲੀ ਧਾਰਮਿਕ ਸੀ, ਉਹ ਨਾਲ ਹੋ ਗਏ। ਉਹਨਾਂ ਨੇ ਨਾਨਕ ਨੂੰ ਪੀਰ ਮੰਨਿਆ। ਉਹੀ ਹੁਣ ਤੇ ਉਹਨਾਂ ਦੀਆਂ ਕਈਆਂ ਹੋਈਆਂ ਗੱਲਾਂ ਨੂੰ ਮੁਸਲਮਾਨ ਮੰਨਦੇ, ਨਾਨਕ ਪੀਰ ਹੈ। ਕਿਉਂ? ਉਹ ਧਾਰਮਿਕ ਦੁਨੀਆ 'ਚ ਪ੍ਰਭਾਵਸ਼ਾਲੀ ਸੀ। ਉਹਨਾਂ ਦਾ ਲੋਕਾਂ ਦੇ ਮਨਾਂ ਤੇ ਰਾਜ ਸੀ। ਕੱਟੜਵਾਦੀਆਂ ਦਾ ਦਿਮਾਗ ਤੇ ਰਾਜ ਹੁੰਦਾ, ਮਨ ਤੇ ਰਾਜ ਨਹੀਂ ਹੁੰਦਾ। ਕੱਟੜ ਮਨ ਤੋਂ ਨਹੀਂ ਚੰਗਾ ਸਮਝਦੇ ਹੁੰਦੇ ਲੋਕ ਇਹਨਾਂ ਨੂੰ, ਉਡਰਦੇ ਹੁੰਦੇ ਨੇ, ਦਿਮਾਗ ਤੇ ਰਾਜ ਹੁੰਦਾ। ਹਾਂਜੀ। ਕਹੂੰ ਵੀਰ ਬਾਜੀ ਬਹਿ ਜਾਤ ਬਸਤਰੈ, ਕਹੂੰ ਵੀਰ ਬਾਜੀ ਬਹਿ ਜਾਤ ਬਸਤਰੈ, ਬਹਿ ਜਾਤ ਬਸਤਰਾ। ਉਹ ਬਸਤਰ ਜਿਹੜੇ ਸੀ ਬਾਣੇ ਲਾ ਕੇ ਪਰੇ ਮਾਰੇ, ਬਹਿ ਜਾਤ ਬਸਤਰੈ। ਜਿਹੜੇ ਵੀਰ, ਦੇਖੋ ਵੀਰ ਲਫ਼ਜ਼ ਆਊਗਾ ਪੋਜ਼ਿਟਿਵ ਨਾਲ। ਕਹੂੰ ਵੀਰ ਬਾਜੀ, ਬਾਜੀ ਬਾਜੀ ਦੇ ਨਾਲ ਵੀਰ ਆਉ ਨਾਲ, ਵੀਰ ਆਊਗਾ, ਪੋਜ਼ਿਟਿਵ ਆਊਗਾ। ਬਾਜੀ ਘੋੜਾ ਘੋੜਾ ਆਈ ਜਾਊਗਾ, ਮਨ ਵੀ ਆਊ, ਮਨ ਘੋੜਾ ਹੀ ਹੈ, ਪਰ ਵੀਰ ਜ਼ਿਆਦਾ ਆਊਗਾ। ਪੋਜ਼ਿਟਿਵ ਅਸਲੀ ਹੈ, ਬਹਾਦਰ ਹੈ, ਯੋਧਾ ਹੈ। ਉਹ ਜਿਹੜਾ ਬਾਣਾ ਸੀ ਲਾ ਕੇ ਪਰੇ ਮਾਰਿਆ। ਬਾਣੇ ਦਾ ਕੀ ਮਤਲਬ? ਇੱਥੇ ਬਾਣਾ ਦਾ ਡੱਕਾ, ਬਸਤਰ ਸੀ ਜਿਹੜੇ ਰੰਗ ਬਰੰਗੇ, ਅੱਡ ਅੱਡ ਬਾਣੇ ਲਾ ਕੇ ਪਰੇ ਕਰਤੇ। ਮਾਨਤਾ ਅੰਦਰੋਂ ਮਾਨਤਾ ਮੁੱਕ ਗਈ, ਲਾਹੇ ਨਹੀਂ ਬਸਤਰ, ਅੰਦਰੋਂ ਮਾਨਤਾ ਛੜਤੀ ਬਾਣੇ ਦੀ। ਹਾਂ। ਹਲਾ ਚਾਲ ਕਹਿ ਕੇ ਹਠੀ ਦੈਤ ਢੂਕੇ। ਜਿਹੜੇ ਹਠੀ ਸੀਗੇ, ਆ ਦੇਖੋ ਇਹ ਹਠੀ ਸੀ, ਪਰ ਹਠੀ ਦੈਂਤਾਂ ਨੇ ਵਿਰੋਧ ਕੀਤਾ ਇਸ ਗੱਲ ਦਾ, ਬਾਣਾ ਲਾਉਣ ਦਾ। ਬਾਣੇ ਦਾ ਜਿਹੜਾ ਸੀ ਨਾ ਭਿੰਨਤਾ ਦਾ ਵਿਰੋਧ ਕੀਤਾ। ਬਾਣਾ ਆਪਣਾ ਹੋਣਾ ਚਾਹੀਦਾ, ਬਾਣਾ ਹੋਣਾ ਚਾਹੀਦਾ, ਵਿਚਾਰਧਾਰਾ ਵੀ ਹੋਰ ਹੋਊ। ਬਾਣਾ ਕਹਿੰਦੇ ਬਾਣੇ ਦਾ ਕੀ, ਜੇ ਫਰਕ ਨਹੀਂ ਤਾਂ ਬਾਣਾ ਆਪਣਾ ਆਪਣੇ ਦਾ ਹਰਜ ਕੀ ਹੈ? ਆਹ ਦਲੀਲ ਹੈ। ਜੇ ਬਾਣੇ ਦਾ ਕੋਈ ੜਕਾ ਨਹੀਂ ਤੇ ਆਪਣੇ ਆਪਣੇ ਬਾਣੇ ਦਾ ਹਰਜ ਕੀ ਹੈ? ਹਠੀ ਦੈਂਤਾਂ ਨੇ ਇਹ ਦਲੀਲ ਦਿੱਤੀ। ਹਲਾ ਚਾਲ ਕਹਿ ਕੇ ਹਠੀ ਦੈਤ ਢੂਕੇ। ਵਾਹੋ। ਚਹੂੰ ਔਰ ਗਾਜੇ। ਜਾਂ ਤੁਸੀਂ ਕਹਿੰਦੇ ਬਾਣੇ ਦਾ ੜਕਾ ਨਹੀਂ ਕੋਈ, ਫਿਰ ਬਾਣੇ ਨੂੰ ਦੀ ਮਾਨਤਾ ਕਿਉਂ ਖਤਮ ਕਰਦੇ ਹੋ? ਰਹਿਣ ਦਿਓ, ਜਿਹੜਾ ਕੋਈ ਪਾਉਂਦਾ ਪਾਈ ਜਾਵੇ। ਉਹਨਾਂ ਨੇ ਇਸ ਤਰੀਕੇ ਨਾਲ, ਹਠੀਆਂ ਨੇ ਇਸ ਤਰੀਕੇ ਨਾਲ ਉਹਦੀ ਬਚਾਅ ਕੀਤਾ, ਬਾਣੇ ਦਾ ਬਚਾਅ ਕੀਤਾ। ਚਹੂੰ ਔਰ ਗਾਜੇ ਮਹਾਸੂਲ ਜੂਕੇ। ਜਿਹੜੇ ਮਹਾਸੂਰ ਤੇ ਚਾਰਾਂ ਪਾਸਿਆਂ ਤੇ, ਉਧਰੋਂ ਉਹ ਦਲੀਲਾਂ ਦੇਣ ਲੱਗੇ, ਉਧਰੋਂ ਉਹ ਦਲੀਲਾਂ ਦੇਣ ਲੱਗੇ, ਚਾਰਾਂ ਪਾਸਿਆਂ ਤੇ ਮਹਾਸੂਲ ਜੂਕੇ। ਹੱਕ ਵਾਲੇ ਬਾਣੇ ਦੇ ਔਰ ਖਿਲਾਫ ਵਾਲੇ ਬਾਣੇ ਦੇ ਦੋਏ ਜੁੜ ਪਏ ਇਸ ਪੁਆਇੰਟ ਤੇ। ਬਾਣੇ ਤੇ ਰੰਗਾਂ ਤੇ, ਸਿਰ ਤੇ ਪੱਗ ਚਾਹੀਦੀ ਹੈ, ਸਿਰ ਤੇ ਟੋਪ ਚਾਹੀਦਾ, ਸਿਰ ਤੇ ਕੀ ਚਾਹੀਦਾ? ਟੋਪੀ ਚਾਹੀਦੀ ਹੈ, ਕੇਸ ਚਾਹੀਦੇ ਨੇ, ਨਹੀਂ ਚਾਹੀਦੇ। ਸਰੀਰ ਦਾ ਜਿਹੜਾ ਬਾਹਰਲਾ ਬਾਣਾ, ਇਹਦੇ ਤੇ ਚਰਚਾ ਸਿਰਫ। ਰੰਗ ਤੇ ਆ ਰੂਪ ਤੇ, ਰੰਗ ਰੂਪ ਦੋਏ ਆ ਗਏ ਇਹਦੇ ਚ। ਹਾਂਜੀ। ਕਿਤੇ ਕੋਪ ਕੈ ਸ਼ਸਤਰ ਅਸਤਰੇ ਚਲਾਵੇ। ਕਿਤੇ ਨਾ ਗੁੱਸੇ ਨਾਲ ਵੀ ਗੱਲ ਕਰ ਦਿੰਦੇ ਨੇ, ਕਿਉਂਕਿ ਜਿਹੜੇ ਥੋੜੀ ਬੁੱਧੀ ਵਾਲੇ ਹੁੰਦੇ, ਗੁੱਸਾ ਵੀ ਆ ਜਾਂਦਾ। ਕਿਤੇ ਕੋਪ ਨਾਲ ਵੀ ਗੱਲ ਕਰ ਦਿੰਦੇ ਨੇ, ਥੋੜੀ ਜਿਹੀ ਗੁੱਸੇ ਨਾਲ ਵੀ ਗੱਲ ਕਰ ਦਿੰਦੇ ਨੇ। ਵੀ ਤੁਸੀਂ ਆਵੇ ਤਾਂ ਕਹਿੰਦੇ ਵੀ ਹੈ ਨਹੀਂ, ਫਿਰ ਤੁਸੀਂ ਖਿਲਾਫ ਕਾਤੇ ਹੋ? ਕਿਤੇ ਸੰਕ ਆਓ ਭੀਮ ਭੇਰੀ ਬਜਾਵੇ। ਕਿਤੇ ਸ਼ੰਖ ਲਾਦ ਕਰਦੇ ਨੇ ਵੀ ਅਸੀਂ ਨਹੀਂ ਵੀ ਬਾਣਾ ਛੱਡਣਾ, ਅਸੀਂ ਤਾਂ ਛੱਡਣਾ ਹੀ ਨਹੀਂ। ਵਿਚਾਰਧਾਰਾ ਬਣ ਲਾਂਗੇ ਪਰ ਬਾਣਾ ਨਹੀਂ ਛੱਡਦੇ। ਚਲੋ, ਵਿਰੋਧੀ ਭੀਮ ਭੇਰੀ ਹੈ, ਵਿਰੋਧੀ ਸੁਰ ਕਰਤੀ, ਵਿਰੋਧੀ ਸੁਰ ਕਰਤੀ। ਕਹਿੰਦੇ ਚੱਲ ਨਾ ਛੱਡਣਾ, ਆਪਾਂ ਨੂੰ ਕੀ ਫਰਕ ਪੈਂਦਾ? ਵਿਚਾਰਧਾਰਾ ਤਾਂ ਹੈ ਉਹ। ਦੂਏ ਦੇਖ ਲੈਂਦੇ ਵੀ ਚੱਲ ਵਿਚਾਰ ਤਾਂ, ਜੇ ਵਿਚਾਰਧਾਰਾ ਨਾਲ ਨਹੀਂ ਵਿਰੋਧ ਕਰਦੇ ਤਾਂ ਉੱਪਰਲਾ ਤਾਂ ਆਪਾਂ ਵੀ ਕਹਿੰਦੇ ਵੀ ਇਹਦਾ ਕੋਈ ਫਰਕ ਨਹੀਂ। ਹਾਂ। ਮਹਾ ਫੂਲ ਫੀਲੀ ਨਗਾਰੇ ਬਜਾ ਕੇ। ਮਹਾ ਫੂਲ ਫੀਲੀ, ਜਿਹੜੇ ਫੀਲੀ ਹਾਥੀ ਨੇ ਨਾ, ਬੜੇ ਫੁੱਲੇ ਇਸ ਗੱਲ ਦੇ ਵਿੱਚ। ਮਤਲਬ ਹੈ ਅਸਲ 'ਚ ਉਹ ਇਸ ਗੱਲ ਦੇ ਵਿੱਚ ਖੁਸ਼ ਹੋਏ ਨੇ,
ਉਹਨਾਂ ਦਾ ਪੱਖ ਲੈ ਲਿਆ ਕਿਸੇ ਨੇ, ਕੁਝ ਉਹਨਾਂ ਦੇ ਪੱਖ ਮਜ਼ਬੂਤ ਹੈ। ਮਹਾਫੂਲ ਫੀਲੀ ਹਾਥੀਆਂ ਦੇ ਚੜੇ ਨੇ ਜਿਹੜੇ ਨਗਾਰੇ ਵਜਾ ਕੇ ਉਹ ਪਿੱਛੇ ਨੇ ਨਾ, ਹਾਥੀਆਂ ਤੇ ਚੜੇ ਉਹਨਾਂ ਦੇ ਨਾਲ ਸਾਧਾਂ ਦਾ ਬਾਣਾ, ਜੇ ਬਾਣਾ ਚਲਿਆ ਗਿਆ ਸਾਡਾ ਸਭ ਕੁਝ ਚਲਿਆ ਗਿਆ। ਨਗਾਰੇ ਵਜਾ ਕੇ ਉਹਨਾਂ ਨੇ ਨਗਾਰੇ ਵਜਾ ਕੇ ਹਲਾਸ਼ੇਰੀ ਦਿੱਤੀ ਵੀ ਅੜੇ ਇਹ ਗੱਲ ਠੀਕ ਹੈ ਬਈ, ਪਿੱਛੋਂ ਵੀ ਠੀਕ ਹੈ। ਜੇ ਜਟਾਂ ਰੱਖਣੀਆਂ ਨੇ ਕੋਈ ਨਾ ਰੱਖੇ, ਨਾ ਰੱਖਣ, ਅਸੀਂ ਕਹਿੰਦੇ ਨਹੀਂ ਜਟਾਂ ਰੱਖੋ, ਪਰ ਅਸੀਂ ਨਹੀਂ ਛੱਡਣੀਆਂ। ਬਾਣੇ ਵਾਲੀ ਗੱਲ ਨਹੀਂ ਅਸੀਂ ਮੰਨਦੇ, ਹਾਂ ਵਿਚਾਰਧਾਰਾ ਵਾਲੀ ਗੱਲ ਮੰਨਦੇ। ਚਲੇ ਧੁੰਦ ਵੀ ਤਾਜੀਓ ਕੈ ਸੁਣੈ ਕੈ, ਉਹ ਜਿਹੜੇ ਮੂਹਰੇ ਲੜਨ ਵਾਲੇ ਨੇ ਤਾਜੀ ਘੋੜਿਆਂ ਵਾਲੇ, ਧੁੰਦ ਵੀ ਤਾਜੀਓ ਕੈ ਸੁਣੈ ਕੈ, ਉਹਨਾਂ ਨੂੰ ਸੁਣਾ ਕੇ ਮੂਹਰਿਆਂ ਨੂੰ ਸੁਣਾਉਂਦੇ ਨੇ ਵੀ ਅਸੀਂ ਤੁਹਾਡੇ ਨਾਲ ਆ, ਇਹ ਗੱਲ ਤੇ ਅੜੇ ਰਹੋ। ਪਿੱਛੇ ਹਾਥੀਆਂ ਵਾਲੇ ਖੜੇ ਨੇ ਨਾ, ਹਾਥੀਆਂ ਵਾਲੇ ਬੜੇ ਨੇ ਗੁਰੂ ਇਹਨਾਂ ਦੇ, ਪੂਰੇ ਵਿਦਵਾਨ ਕੀਤੇ ਹੋਏ ਨੇ। ਉਹਨਾਂ ਨੂੰ ਸੁਣਾ ਕੇ ਕਹਿੰਦੇ ਨੇ ਉੱਚੀ ਆਵਾਜ਼ ਨਾਲ, ਹਾਂ ਬਈ ਠੀਕ ਹੈ ਇਹ ਗੱਲ। ਉਹਨਾਂ ਨੇ ਕਿਹਾ ਵੀ ਸਾਡਾ ਪੈਂਤਰਾ ਵਧੀਆ ਆ ਗਿਆ, ਇਹਦਾ ਜਵਾਬ ਹੈ ਨਹੀਂ ਵੀ ਠੀਕ ਹੈ ਇਹ ਗੱਲ। ਬਾਣਾ ਆਪਣਾ ਰੱਖੋ, ਰੱਖ ਸਕਦਾ ਕੋਈ, ਜਿਹਨੇ ਨਹੀਂ ਰੱਖਣਾ ਨਾ ਰੱਖੋ। ਹਾਂ, ਮਚੇ ਕੋਪ ਕੈ ਸੋ ਉਸਟੀ ਦਮਾਮੇ, ਜਿਹੜੇ ਉਸ਼ਟੀ ਦਮਾਮੇ ਸੀ ਮੁਸਲਮਾਨਾਂ ਵਾਲੇ ਕੋਪ ਕੇ, ਉਹ ਵੀ ਵੱਜੇ ਬਈ ਬਾਣਾ ਨਹੀਂ ਬਈ ਅਸੀਂ ਬਦਲਣਾ। ਬਾਣੇ ਤਾਂ ਉਹਨਾਂ ਨੇ ਵੀ ਉਧਰ ਵੋਟ ਪਾਤੀ, ਉਸ਼ਤੀ ਵਾਲੇ ਯਾਰੇ ਹਾਥੀ ਵਾਲੇ ਤਾਂ ਇਕੱਠੇ ਤੇ, ਇਹਦਾ ਸ੍ਰੀ ਚੰਦ ਵਾਲੇ ਯਾਰ ਉਹ ਦੂਏ ਇਕੱਠੇ ਤੇ, ਨਾਥ ਔਰ ਜੋਗੀ ਦੋ ਇਕੱਠੇ ਹੀ ਸੀ। ਇਹ ਤਾਂ ਉਹ ਉਸ਼ਤੀ ਸੀ ਜਿਹੜੇ, ਉਸ਼ਤੀ ਕਾਤੇ ਕਿਹਾ ਹੋਇਆ, ਭੇਖ ਸੀ ਜੋਗੀ ਦਾ, ਪੜ੍ਹਦੇ ਸੀ ਕਲਮ ਇਸਲਾਮ ਦਾ, ਵਿਚਾਰਧਾਰਾ ਇਸਲਾਮ ਵਾਲੀ ਹੈ। ਭੇਖ ਜੋਗੀ ਵਾਲਾ, ਉਹਨਾਂ ਨੂੰ ਕਹਿੰਦੇ ਨੇ ਉਸ਼ਤੀ। ਜਿਹੜੇ ਜੋਗੀ ਨੇ ਉਹ ਭੱਜ ਗਏ ਸੀ, ਉਹ ਆਪਣਾ ਹਾਥੀ ਵਾਲੇ ਹੀ ਨੇ ਰਹਿ ਗਏ, ਉਹ ਪਰੇ ਪਹਾੜਾਂ ਪੂੜਾਂ ਚਲੇ ਗਏ। ਉਹ ਦਰਬਾਰੋਂ ਜੋਗੀ ਹੋਣੇ, ਯੋਗ ਮੰਤਰਾਂ ਨਾਲ ਜੁੜੇ ਹੋਏ ਨੇ, ਸਮਾਧੀ ਲਾਉਂਦੇ ਨੇ। ਮਨੋਬਾਦ ਨਾ ਇਹ ਨਾਥਾਂ ਨੂੰ ਮਨੇ ਮਨੋਬਾਜ ਟੁੱਟੇ ਲਖੇ ਲਾਲ ਤਾਮੇ, ਮਨੋਬਾਜ ਟੂਟੇ ਲਖੇ ਲਾਲ ਮਚੇ ਕੋਪ ਕੈ ਸੋ ਉਸਟੀ ਦਮਾਮੇ, ਮਨੋਬਾਜ ਟੁੱਟੇ ਲਖੇ ਲਾਲ ਤਾਮੇ। ਲਾਲ ਤਾਮੇ, ਜਿਹੜੇ ਲਾਲ ਰੰਗ ਸੀ, ਇਹਨਾਂ ਦਾ ਲਾਲ ਰੰਗ ਸੀ ਮੁਸਲਮਾਨਾਂ ਦਾ, ਇਹਨਾਂ ਦਾ ਲਾਲ ਰੰਗ ਹੁੰਦਾ ਮੁਸਲਮਾਨਾਂ ਦੇ ਵਿੱਚ, ਜਿਹੜੇ ਊਠਾਂ ਵਾਲੇ ਨੇ ਉੱਥੇ ਲਾਲ ਰੰਗੇ ਲਿਖਿਆ ਨਾ ਦਸਮ ਪਾਤਸ਼ਾਹ ਨੇ ਜਦੋਂ ਚੜ੍ਹ ਕੇ ਆਏ ਨੇ, ਇਹ ਲਾਲ ਰੰਗ ਵਾਲੇ ਹੁੰਦੇ ਸੀ ਇਹਨਾਂ ਦੇ ਮੁਸਲਮਾਨਾਂ ਦਾ। ਉਹ ਉਹਨਾਂ ਦੇ ਉੱਤੇ ਮਤਲਬ ਆਵਾਜ਼ ਟੁੱਟੀ, ਘੋੜੇ ਵਿਦਵਾਨ ਉਹਨਾਂ ਤੇ ਤਾਂ ਹਮਲਾ ਕੀਤਾ ਵੀ ਆਹ ਜਿਹੜੇ ਲਾਲ ਰੰਗ ਆ ਤੁਹਾਡਾ, ਇਹ ਹਿੰਦੁਸਤਾਨ ਦੇ ਪਹਿਲਾਂ ਉਹਨਾਂ ਤੇ ਕੋਈ ਚਰਚਾ, ਲਾਲ ਰੰਗ ਤੇ ਚਰਚਾ ਹੋਈ, ਲਾਲ ਰੰਗ ਤੇ ਚਰਚਾ ਹੋਈ ਹੈ। ਜਿਹੜੇ ਬਾਜ ਨੇ ਵਿਦਵਾਨ ਨੇ ਉਹਨਾਂ ਦੇ ਖਿਲਾਫ ਆਵਾਜ਼ ਉੱਠੀ ਹੈ, ਲਾਲ ਰੰਗ ਦੇ ਖਿਲਾਫ।